वाहिगुरू जी का खालसा वाहिगुरू जी की फतेह। सब तो पहला सारे ही प्रैस वाले वीरां दा बहुत बहुत धन्नवाद। अज जो संयुक्त मोर्चे वालों ये तालमेल कमेटी बनाई गई है, जिस बारे मैं आप सब नूं दसना चाहुंदा कि इस कमेटी दे विच जड़ियां 32 जथेबंदियां जो कि पहले दिन तो इस मोर्चे की अगवाई कर रही हैं, उन्हां विचों मुकेश चंद्र शर्मा जी, बलवंत सिंह बहरामके जी, जंगबीर सिंह जी चौहान, कुलदीप सिंह जी बजीतपुर अते दास लखविंदर सिंह। जो ये संयुक्त मोर्चे वालों जिहड़ी तालमेल कमेटी बनाई गई है, ये तालमेल कमेटी इस अंदोलन नूं चढ़दी कला वल लैके जाण लई अपणियां सवावां इस मोर्चे नूं देगी। इन्हां काले कानूनां दे खिलाफ जो ये संघर्ष चल रहा, इन्हां नूं रद्द करवाउण लई संगतां दी शमूलीयत नूं लैके समूह सिंह सभावां, पंथक जथेबंदियां, यूथ क्लबां, मजदूर यूनीयन, सुखमनी सभा सुसैटियां, NGO ਅਤੇ ਹੋਰ ਸੰਸਥਾਵਾਂ ਨਾਲ ਤਾਲਮੇਲ ਕਰਕੇ ਉਹਨਾਂ ਕੋਲੋਂ ਸੰਘਰਸ਼ ਪ੍ਰਤੀ ਉਹਨਾਂ ਦੇ ਯੋਗ ਵਿਚਾਰ ਲਏ ਜਾਣਗੇ, ਕਿਉਂਕਿ ਸਰਕਾਰ ਵੱਲੋਂ ਪਾੜੋ ਅਤੇ ਰਾਜ ਕਰੋ ਦੀ ਜਿਹੜੀ ਨੀਤੀ ਲਾਗੂ ਕਰਕੇ ਸਾਡੇ ਵਿੱਚ ਇੱਕ ਪਾੜ ਪਾਉਣ ਦਾ ਯਤਨ ਕੀਤਾ ਜਾ ਰਿਹਾ। ਸੋ ਉਹਨੂੰ ਪੂਰਾ ਕਰਨ ਲਈ ਅਤੇ ਸਾਰਿਆਂ ਨੂੰ ਸੁਚੇਤ ਕਰਨ ਲਈ ਇਹ ਤਾਲਮੇਲ ਕਮੇਟੀ ਜਿਹੜੀਆਂ ਆਪਣੀਆਂ ਸੇਵਾਵਾਂ ਨਿਭਾਏਗੀ। ਅਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਇਸ ਮੋਰਚੇ ਨੂੰ ਜਿੱਤਣਾ ਸਾਡੇ ਲਈ ਓਨਾ ਹੀ ਜ਼ਰੂਰੀ ਹੈ ਜਿੰਨਾ ਜੀਣਾ ਜ਼ਰੂਰੀ ਹੈ। ਸੋ ਇਸ ਲਈ ਪਿਛਲੇ ਸਮੇਂ ਦੇ ਵਿੱਚ ਬਹੁਤ ਵੱਡੀ ਤਾਦਾਦ ਦੇ ਵਿੱਚ ਸੰਗਤਾਂ ਨੇ ਇਸ ਮੋਰਚੇ ਨੂੰ ਚੜ੍ਹਦੀ ਕਲਾ ਵੱਲ ਲੈ ਕੇ ਜਾਣ ਲਈ, ਜਿੱਤਣ ਲਈ ਆਪਣੀਆਂ ਸੇਵਾਵਾਂ ਦਿੱਤੀਆਂ। ਸੋ ਅੱਜ ਵੀ ਅਸੀਂ ਇਹ ਅਪੀਲ ਕਰਦੇ ਹਾਂ ਕਿ ਸਰੀਰਕ ਤੌਰ ਤੇ ਸਾਨੂੰ ਸਾਰਿਆਂ ਨੂੰ ਲੋੜ ਆ ਆਪਣੀ ਹਾਜ਼ਰੀ ਇਸ ਮੋਰਚੇ 'ਚ ਲਵਾਉਣ ਦੀ। ਸੋ ਬਹੁਤ ਸਾਰੇ ਵਿਚਾਰ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਵੀ ਸਾਡੇ ਤੱਕ ਆ ਰਹੇ ਸੀ ਕਿ ਅਸੀਂ ਕੋਈ ਆਪਣੇ ਵਿਚਾਰ ਪੇਸ਼ ਕਰਨਾ ਚਾਹੁੰਦੇ ਹਾਂ, ਅਤੇ ਕਈਆਂ ਨੂੰ ਕੋਈ ਗਿਲੇ ਸ਼ਿਕਵੇ ਵੀ ਸੀ। ਉਹਦੇ ਲਈ ਅਸੀਂ ਇੱਕ ਜਿਹੜੀ ਸੰਯੁਕਤ ਮੋਰਚੇ ਵੱਲੋਂ ਤਾਲਮੇਲ ਕਮੇਟੀ ਬਣਾਈ ਆ, ਉਹ ਆਪਣਾ ਜਿਹੜਾ ਫਰਜ਼ ਆ ਬਾਖੂਬੀ ਨਿਭਾਏਗੀ। ਅਤੇ ਜਿਸ ਤਰ੍ਹਾਂ ਬਹੁਤ ਸਾਰੇ ਪਿੰਡਾਂ ਦੇ ਵਿੱਚੋਂ ਜਥਿਆਂ ਦੇ ਰੂਪ ਦੇ ਵਿੱਚ ਸੰਗਤਾਂ ਹਫ਼ਤੇ ਲਈ ਜਾਂ 10 ਦਿਨ ਲਈ ਪਹੁੰਚ ਰਹੀਆਂ, ਅਸੀਂ ਆਪ ਸਭ ਦੇ ਮਾਧਿਅਮ ਰਾਹੀਂ ਇਹ ਅਪੀਲ ਵੀ ਕਰਦੇ ਹਾਂ ਕਿ ਸਾਰੇ ਪਿੰਡਾਂ 'ਚੋਂ ਜਥਿਆਂ ਦੇ ਰੂਪ ਦੇ ਵਿੱਚ ਸੰਗਤਾਂ ਦਿੱਲੀ ਦੇ ਬਾਰਡਰਾਂ 'ਤੇ ਹਾਜ਼ਰੀ ਜ਼ਰੂਰ ਲਗਾਉਣ, ਤਾਂ ਜੋ ਇਸ ਜ਼ਾਲਮ ਸਰਕਾਰ ਦੇ ਜ਼ਬਰ ਦੇ ਵਿਰੁੱਧ ਜਿਹੜਾ ਇਹਨਾਂ ਨੇ ਕਾਲੇ ਕਾਨੂੰਨ ਬਣਾ ਕੇ ਸਾਡੀਆਂ ਜ਼ਮੀਨਾਂ 'ਤੇ, ਸਾਡੇ ਹੱਕਾਂ 'ਤੇ ਕਬਜ਼ਾ, ਜ਼ਮੀਨਾਂ 'ਤੇ ਕਬਜ਼ਾ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ, ਉਹਨੂੰ ਖਦੇੜਿਆ ਜਾ ਸਕੇ। ਸੋ ਸਰੀਰਕ ਤੌਰ 'ਤੇ ਇਸ ਅੰਦੋਲਨ ਵਿੱਚ ਹਾਜ਼ਰੀ ਲਾਉਣੀ ਬਹੁਤ ਜ਼ਰੂਰੀ ਹੈ। ਅਤੇ ਮੈਂ ਆਪ ਸਭ ਨੂੰ ਅਪੀਲ ਕਰਦਾ ਕਿ ਇਹ ਤਾਲਮੇਲ ਕਮੇਟੀ ਹਮੇਸ਼ਾ ਹੀ ਤੁਹਾਡੇ ਸਾਰਿਆਂ ਨਾਲ ਤਾਲਮੇਲ ਕਰਨ ਦੀ ਕੋਸ਼ਿਸ਼ ਵੀ ਕਰੇਗੀ। ਅਤੇ ਤੁਸੀਂ ਵੀ, ਜਿਸ ਤਰ੍ਹਾਂ ਅਸੀਂ ਆਪਣੇ ਸਾਰੇ ਨੰਬਰ ਵੀ ਜਿਹੜੇ ਜਨਤਕ ਕੀਤੇ ਆ, ਤੁਸੀਂ ਮੋਰਚੇ 'ਚ ਆ ਕੇ ਜਾਂ ਫ਼ੋਨ ਕਰਕੇ ਵੀ ਜਿਹੜੀਆਂ ਆਪਣੀਆਂ ਯੋਗ ਸਲਾਹਾਂ ਇਸ ਮੋਰਚੇ ਨੂੰ ਜਿੱਤਣ ਲਈ ਦੇ ਸਕਦੇ ਹੋ। ਸੋ ਜਿੰਨਾ ਸਬਰ ਅਤੇ ਸਿਦਕ ਨਾਲ ਤੁਸੀਂ ਇਸ ਜ਼ਾਲਮ ਸਰਕਾਰ ਦੇ ਖਿਲਾਫ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰ ਰਹੇ ਹੋ, ਇਸ ਤੋਂ ਸਮਝ ਲੈਣਾ ਚਾਹੀਦਾ ਕਿ ਸਾਡੀ ਜਿੱਤ ਯਕੀਨੀ ਹੈ, ਪੱਕੀ ਹੈ। ਸੋ ਮੈਂ ਬੇਨਤੀ ਕਰਦਾ ਸਾਡੇ ਵੀਰ
ਜੰਗਵੀਰ ਸਿੰਘ ਜੀ ਚੌਹਾਨ ਉਹ ਜਿਹੜੀ ਆਪਣੀ ਗੱਲ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਨਗੇ। ਪਹਿਲਾਂ ਤਾਂ ਮੈਂ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਕਿਉਂਕਿ ਪਹਿਲੇ ਹੀ ਦਿਨ ਤੋਂ ਜਿੰਨੇ ਸਾਡੇ ਪ੍ਰੈਸ ਵਾਲੇ ਵੀਰ ਆ, ਸਾਡੀਆਂ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਦਿਨ ਰਾਤ ਇਹਨਾਂ ਨੇ ਇਸ ਮੋਰਚੇ ਨੂੰ ਚੜ੍ਹਦੀ ਕਲਾ ਵਿੱਚ ਲਿਜਾਣ ਵਾਸਤੇ ਸਹਿਯੋਗ ਦਿੱਤਾ ਤੇ ਅੱਜ ਵੀ ਦੇ ਰਹੇ ਆ। ਜਿਸ ਤਰ੍ਹਾਂ ਵੀਰ ਲਖਵੀਰ ਸਿੰਘ ਜੀ ਨੇ ਦੱਸਿਆ ਕਿ ਜਿਹੜੀ ਤਾਲਮੇਲ ਕਮੇਟੀ ਬਣਾਈ ਹੈ ਉਹ ਸਮਾਜਿਕ ਧਾਰਮਿਕ ਨੌਜਵਾਨ ਵੀਰ, ਕਲਾਕਾਰ ਵੀਰ, ਮਜ਼ਦੂਰ ਯੂਨੀਅਨ ਜਾਂ ਹੋਰ ਕੋਈ ਵੀ ਵਿਅਕਤੀ ਆਮ ਜਾਂ ਖਾਸ ਜੋ ਇਸ ਮੋਰਚੇ ਨੂੰ ਚੜ੍ਹਦੀ ਕਲਾ ਵੱਲ ਲਿਜਾਣਾ ਚਾਹੁੰਦਾ ਆ ਤੇ ਆਪਣੇ ਸੁਝਾਅ ਦੇਣਾ ਚਾਹੁੰਦਾ ਹੈ ਤੇ ਸਾਡੇ ਨਾਲ ਜਿਹੜਾ ਉਹ ਕੰਟੈਕਟ ਕਰ ਸਕਦਾ ਹੈ। ਜਿੱਥੇ ਚੜ੍ਹਦੀ ਕਲਾ ਵੱਲ ਮੋਰਚੇ ਦੀ ਗੱਲ ਕਰਦੇ ਆ ਤੇ ਉੱਥੇ ਸਰਕਾਰ ਜਿਹੜੀ ਆ ਵੱਖ-ਵੱਖ ਬਿਉਂਤਬੰਦੀਆਂ ਬਣਾ ਕੇ ਸਮੇਂ-ਸਮੇਂ 'ਤੇ ਇਸ ਧਰਨੇ ਨੂੰ ਖਦੇੜਨ ਦੀ ਕੋਸ਼ਿਸ਼ ਕਰ ਰਹੀ ਆ ਤੇ ਚੁਕਵਾਉਣ ਦੀ ਕੋਸ਼ਿਸ਼ ਵੀ ਕਰ ਰਹੀ ਹੈ। ਜਿਸ ਤਰ੍ਹਾਂ ਇਹ ਤਿੰਨੇ ਕਾਨੂੰਨ ਜਦੋਂ ਕਰੋਨਾ ਦਾ ਪੂਰਾ ਕਹਿਰ ਸੀ ਉਸ ਵੇਲੇ ਆਰਡੀਨੈਂਸ ਲਾਗੂ ਕਰਕੇ ਜਿਹੜੇ ਆ ਕਾਨੂੰਨ ਲਾਗੂ ਕਰ ਦਿੱਤੇ ਗਏ ਸੀ। 1 ਸਾਲ ਤੋਂ ਵੱਧ ਸਮਾਂ ਹੋ ਗਿਆ ਅੱਜ ਇਹਨਾਂ ਕਾਨੂੰਨਾਂ ਨੂੰ ਲਾਗੂ ਕੀਤੇ ਹੋਏ ਤੇ ਅੱਜ 1 ਸਾਲ ਦੇ ਬਾਅਦ ਹੀ ਫਿਰ ਕਰੋਨਾ ਦਾ ਜਿਹੜਾ ਕਹਿਰ ਦੁਬਾਰਾ ਜਿਹੜਾ ਜਾਰੀ ਹੋ ਗਿਆ ਹੈ ਔਰ ਉਹਦੀ ਆੜ ਦੇ ਵਿੱਚ ਅੱਜ ਸਰਕਾਰ ਜਿਹੜੀ ਆ ਆਪਰੇਸ਼ਨ ਕਲੀਨ ਦਾ ਨਾਂ ਦੇ ਕੇ ਜਿਹੜਾ ਇਹ ਧਰਨਾ ਚੁਕਾਉਣਾ ਚਾਹੁੰਦੀ ਹੈ। ਦੇਖੋ, ਸਰਕਾਰ ਨੇ ਇਸ ਮੋਰਚੇ ਨੂੰ ਚੁਕਾਉਣ ਵਾਸਤੇ ਵੱਖ-ਵੱਖ ਹੱਥਕੰਡੇ ਅਪਣਾਏ, ਇਹਨਾਂ ਨੂੰ ਵੱਖ-ਵੱਖ ਰੂਪ ਤੇ ਵੱਖ-ਵੱਖ ਨਾਮ ਦਿੱਤਾ। ਕਦੀ ਅੱਤਵਾਦੀ ਕਿਹਾ, ਕਦੀ ਵੱਖਵਾਦੀ ਕਿਹਾ, ਕਦੀ ਅੰਦੋਲਨਜੀਵੀ ਕਿਹਾ, ਕਦੀ ਇਹਨਾਂ ਨੇ ਕਿਹਾ ਕਿ ਇੱਕ ਸੂਬੇ ਦਾ ਜਿਹੜਾ ਸੰਘਰਸ਼ ਆ। ਪਰ ਸਰਕਾਰ ਨੂੰ ਪਤਾ ਲੱਗ ਚੁੱਕਾ ਕਿ ਜਿੰਨੇ ਵੀ ਅੰਦੋਲਨਕਾਰੀ ਆ ਉਹ ਪੂਰੇ ਇਕਜੁੱਟ ਹੋ ਕੇ ਬੈਠੇ ਆ ਤੇ ਅੱਜ ਜਿਹੜਾ ਸੰਘਰਸ਼ ਆ ਉਹ ਸਾਰੀਆਂ ਸਟੇਟਾਂ ਦਾ, ਅੱਜ ਪੂਰੇ ਦੇਸ਼ ਦਾ ਬਣ ਚੁੱਕਾ ਆ। ਸਾਰੇ ਲੋਕਾਂ ਦੀਆਂ ਭਾਵਨਾਵਾਂ ਇਸ ਸੰਘਰਸ਼ ਦੇ ਨਾਲ ਜੁੜੀਆਂ ਆ। ਗੱਲ ਕਰਦੇ ਆ ਕਰੋਨਾ ਦੀ। ਦੇਖੋ, ਕਰੋਨਾ ਜਦੋਂ ਸੀ ਤੇ ਉਸੇ ਵੇਲੇ ਜਿਹੜਾ ਇਹ ਸੰਘਰਸ਼ ਜਿਹੜਾ ਆ ਸ਼ੁਰੂ ਹੋਇਆ ਸੀਗਾ ਔਰ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਇਹ ਸੰਘਰਸ਼ ਸ਼ੁਰੂ ਕੀਤਾ ਸੀਗਾ ਤੇ ਅੱਜ ਫਿਰ ਵੀ ਇਹ ਸੰਘਰਸ਼ ਨੂੰ ਜਿੱਤਣ ਵਾਸਤੇ ਆਪਣੀ ਅੜੀ ਤੇ ਅੜੀਆਂ ਹੋਈਆਂ ਆ ਔਰ ਇਹਨਾਂ ਬਿਮਾਰੀਆਂ ਦੀ ਜਾਂ ਇਹਨਾਂ ਆਫਤਾਂ ਦੀ ਜਾਂ ਸਰਕਾਰ ਦੀਆਂ ਜਿੰਨੀਆਂ ਵੀ ਇਹ ਸਾਡੇ ਤੇ ਤਸ਼ੱਦਦ ਕਰਨਾ ਚਾਹੁੰਦੀ ਆ ਜਾਂ ਡਰਾਉਣਾ ਚਾਹੁੰਦੀ ਆ ਜਾਂ ਇਹਦੇ ਨੋਟਿਸ ਭੇਜ ਕੇ ਜਿੰਨੇ ਵੀ ਸਾਡੇ ਸਮਾਜਿਕ ਧਾਰਮਿਕ ਲੋਕ ਆ ਉਹਨਾਂ ਨੂੰ ਸਾਡੇ ਨਾਲੋਂ ਵਖਰੇਵਾਂ ਕਰਨੀ ਚਾਹੁੰਦੀ ਆ ਦੀ ਪਰਵਾਹ ਨਾ ਕਰਦੇ ਹੋਏ ਅੱਜ ਵੀ ਜਿਹੜੀਆਂ ਡਟੀਆਂ ਹੋਈਆਂ ਸਾਡੇ ਪੂਰੇ ਸੰਯੁਕਤ ਕਿਸਾਨ ਮੋਰਚੇ ਤੇ ਕਿਸਾਨ ਜਥੇਬੰਦੀਆਂ। ਔਰ ਆਪਰੇਸ਼ਨ ਕਲੀਨ ਦੀ ਗੱਲ ਕਰਦੇ ਆ ਕਿ ਸਰਕਾਰ ਦੇ ਮਨ ਦੇ ਵਿੱਚ ਇੱਕ ਭੁਲੇਖਾ ਕਿ ਅਸੀਂ ਇੱਥੋਂ ਇਹਦਾ ਨਾਂ ਲੈ ਕੇ ਅੰਦੋਲਨ ਜਿਹੜਾ ਚੁਕਵਾ ਦਿਆਂਗੇ। ਗਾਜੀਪੁਰ ਬਾਰਡਰ ਤੇ ਪਿਛਲੇ ਕੁਝ ਸਮੇਂ ਤੋਂ ਪਹਿਲਾਂ ਉੱਥੇ ਵੀ ਧਰਨਾ ਚੁਕਵਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਉੱਥੇ ਸਰੀਰਕ ਤੌਰ ਤੇ ਥੋੜ੍ਹੇ ਸਾਡੇ ਕਿਸਾਨ ਵੀਰ ਸੀ, ਪਰ ਉਹਨਾਂ ਨੇ ਡਟ ਕੇ ਮੁਕਾਬਲਾ ਕੀਤਾ। ਰਕੇਸ਼ ਟਕੈਤ ਦੇ ਹੰਝੂਆਂ ਨੇ ਇੱਕ ਸਮੁੰਦਰ ਦਾ ਕੰਮ ਕੀਤਾ ਔਰ ਪੂਰੇ ਦੇਸ਼ ਨੂੰ, ਪੂਰੀ ਦੁਨੀਆ ਨੂੰ ਕੁਛ ਹੀ ਘੰਟਿਆਂ ਦੇ ਵਿੱਚ ਇਕੱਠਾ ਕਰ ਦਿੱਤਾ। ਸਰਕਾਰ ਦਾ ਵਹਿਮ ਆ ਕਿ ਜਿਹੜੇ ਲੋਕ ਅੱਜ ਵਾਢੀਆਂ ਕਰਨ ਚਲ ਗਏ, ਆਪਣੀਆਂ ਫਸਲਾਂ ਸਾਂਭਣ ਚਲ ਗਏ ਆ, ਇਹ ਆਪਣਾ ਵਹਿਮ ਕੱਢ ਦੇਣ। ਇੱਥੋਂ ਸੰਯੁਕਤ ਮੋਰਚੇ ਵੱਲੋਂ ਇੱਕ ਵੀ ਆਵਾਜ਼ ਦੇ ਦਿੱਤੀ ਜਾਵੇ ਅੱਜ ਵੀ, ਤੇ ਲੱਖਾਂ ਕਿਸਾਨ ਤੇ ਲੱਖਾਂ ਦੇਸ਼ ਵਾਸੀ ਇਸ ਧਰਨੇ ਦੇ ਵਿੱਚ ਪਹੁੰਚ ਜਾਣਗੇ ਤੇ ਪਹੁੰਚ ਰਹੇ ਆ। ਇਹ ਜਿਹੜਾ ਧਰਨਾ ਆ ਇਹ ਅੱਜ ਪੂਰਾ ਦੇਸ਼ ਵਿਆਪੀ ਹੋ ਚੁੱਕਾ ਆ। ਇਹ ਸਰਕਾਰ ਤਾਂ ਕਹਿੰਦੀ ਹੈ ਕਿ ਅਸੀਂ ਧਰਨਾ ਚੁਕਾਉਣਾ ਆ, ਇਹ ਤਾਂ ਆਪਰੇਸ਼ਨ ਕਲੀਨ ਕਰਨ ਦੀ ਗੱਲ ਕਰਦੀ ਆ। ਮੈਂ ਕਹਿੰਦਾ ਕਿ ਕਿਤੇ ਇਹ ਜਿਹੜੇ ਲੋਕ ਆ, ਜਿਹੜੇ ਅੰਦੋਲਨਕਾਰੀ ਆ, ਕਿਤੇ ਬੀਜੇਪੀ ਨੂੰ ਨਾ ਕਲੀਨ ਕਰ ਦੇਣ। ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿੰਨਾ ਅੰਦੋਲਨ ਵੱਧ ਰਿਹਾ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਬੀਜੇਪੀ ਦੀਆਂ ਜੜ੍ਹਾਂ ਪੂਰੀਆਂ ਹਿਲਾ ਕੇ ਰੱਖ ਦੇਵੇਗਾ। ਇਹਨਾਂ ਦੀ ਜਿਹੜੀ ਰਾਜਨੀਤਿਕ ਜ਼ਮੀਨ ਜਿਹਦੇ ਉੱਪਰ ਬੈਠ ਕੇ ਇਹ ਅੱਜ ਇੰਨੇ ਤਸ਼ੱਦਦ, ਇੰਨੇ ਬਿੱਲ ਲਾਗੂ ਕਰੀ ਜਾ ਰਹੇ ਆ ਔਰ ਬਿੱਲ ਰੱਦ ਕਰਨ ਦਾ ਨਾਂ ਨਹੀਂ ਲੈ ਰਹੇ, ਉਹ ਜ਼ਮੀਨ ਕਿਤੇ ਨਾ ਕਿਤੇ ਇਹਨਾਂ ਅੰਦੋਲਨਕਾਰੀਆਂ ਨੇ ਇਹਨਾਂ ਦੇ ਥੱਲਿਓਂ ਖਿੱਚ ਲੈਣੀ ਆ ਤੇ ਉਸ ਦਿਨ ਬਹੁਤ ਦੇਰ ਹੋ ਚੁੱਕਣੀ ਆ। ਇਸ ਕਰਕੇ ਮੈਂ ਸਰਕਾਰ ਨੂੰ ਇਹ ਅਪੀਲ ਕਰਦਾ ਕਿ ਸਮੇਂ ਤੋਂ ਪਹਿਲਾਂ ਅੱਜ ਵੀ ਇਹਨਾਂ ਬਿੱਲਾਂ ਨੂੰ ਰੱਦ ਕਰਕੇ ਇਹਨਾਂ ਅੰਦੋਲਨਕਾਰੀਆਂ ਨੂੰ ਜਿਹੜਾ ਆਪਣੀ ਘਰਾਂ ਦੇ ਵਿੱਚ ਭੇਜਣ ਦੀ ਗੱਲ ਕਰਨ। ਇਹ ਕਹਿ ਰਹੇ ਆ ਕਿ
ਕਰੋਨਾ ਦੇ ਨਾਂ ਤੇ ਧਰਨਾ ਚੱਕ ਲਿਆ ਜਾਵੇ। ਅਸੀਂ ਤਾਂ ਕਹਿੰਦੇ ਆ ਕਿ ਧਰਨਾ ਚੱਕ ਲੈਂਦੇ ਆ, ਅਸੀਂ ਤਾਂ ਤਿਆਰ ਆ ਧਰਨਾ ਚੱਕਣ ਵਾਸਤੇ। ਅੱਜ ਵੀ ਜਿਹੜੀ ਸਰਕਾਰ ਅੱਜ ਬਿੱਲ ਰੱਦ ਕਰ ਦੇਵੇ, ਅਸੀਂ ਆਪਣੇ ਆਪਣੇ ਘਰਾਂ ਨੂੰ ਚਲਾ ਜਾਵਾਂਗੇ। ਸੋ ਮੈਂ ਸਾਰੇ ਜਿੰਨੇ ਵੀ ਦੇਸ਼ ਵਾਸੀ ਆ ਉਹਨਾਂ ਨੂੰ ਬੇਨਤੀ ਕਰਦਾ, ਅਪੀਲ ਕਰਦਾ ਕਿ ਇਹਨਾਂ ਧਰਨਿਆਂ ਦੇ ਵਿੱਚ ਵੱਧ ਤੋਂ ਵੱਧ ਪਹੁੰਚੋ। ਅਗਰ ਕੋਈ ਵੀ ਕਿਸੇ ਵੀਰ ਦੇ ਮਨ ਦੇ ਵਿੱਚ ਜਾਂ ਕਿਸੇ ਭੈਣ ਦੇ ਮਨ ਦੇ ਵਿੱਚ ਕੋਈ ਸਵਾਲ ਆ, ਕੁਛ ਸੁਝਾਅ ਦੇਣਾ ਚਾਹੁੰਦਾ ਆ ਜਾਂ ਕੋਈ ਦੁੱਖ ਤਕਲੀਫ ਆ, ਸਾਡੀ ਇਹ 5 ਮੈਂਬਰੀ ਕਮੇਟੀ, ਸਾਡੇ ਨੰਬਰ ਵੀ ਜਿਹੜੇ ਜਾਰੀ ਹੋ ਚੁੱਕੇ ਆ, ਸਾਡੇ ਸਾਰਿਆਂ ਨਾਲ ਦਿਨ ਰਾਤ ਜਿਹੜਾ ਤਾਲਮੇਲ ਕਰ ਸਕਦਾ, ਅਸੀਂ ਉਹਨਾਂ ਦੀ ਸਮੱਸਿਆ ਦਾ ਹੱਲ ਕਰਾਂਗੇ ਤੇ ਮੋਰਚੇ ਨੂੰ ਚੜ੍ਹਦੀ ਕਲਾ ਵੱਲ ਲੈ ਕੇ ਜਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਬਲਵੰਤ ਸਿੰਘ ਜੀ ਬਹਿਰਾਮ ਕੇ ਸਾਹਿਬ। ਬਹੁਤ ਹੀ ਸਤਿਕਾਰਯੋਗ ਸਾਰੇ ਪੱਤਰਕਾਰ ਸਾਹਿਬਾਨ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇਸ ਦਿੱਲੀ ਸਿੰਘੂ ਬਾਰਡਰ ਦੇ ਔਰ ਪਾਸੇ ਲੱਗੇ ਸਾਰੇ ਬਾਰਡਰਾਂ ਤੇ ਕਿਸਾਨ ਮੋਰਚੇ ਨੂੰ 4.5 ਮਹੀਨੇ ਹੋ ਗਏ ਨੇ। 4.5 ਮਹੀਨਿਆਂ ਤੋਂ ਲਗਾਤਾਰ ਜੋ ਦੇਸ਼ ਦੇ ਪ੍ਰਧਾਨ ਮੰਤਰੀ ਔਰ ਦੇਸ਼ ਦੀ ਬੀਜੇਪੀ ਸਰਕਾਰ ਵੱਲੋਂ ਜਿਹੜੇ ਅੱਜ ਤੋਂ ਕਾਫੀ ਸਮਾਂ ਪਹਿਲਾਂ ਤਿੰਨੋਂ ਕ੍ਰਿਸ਼ੀ ਕਾਨੂੰਨ, ਤਿੰਨੋਂ ਲਾਅ ਤਿਆਰ ਕੀਤੇ ਸੀਗੇ, ਸਾਡੀ ਕਿਸਾਨੀ, ਜਵਾਨੀ, ਨਸਲਾਂ ਤੇ ਫਸਲਾਂ ਨੂੰ ਤਬਾਹ ਕਰਨ ਵਾਸਤੇ, ਉਸ ਪਰੋਂ ਅਸੀਂ 4.5 ਮਹੀਨਿਆਂ ਤੋਂ ਲਗਾਤਾਰ ਇਹਨਾਂ ਬਾਰਡਰਾਂ ਉੱਪਰ ਡਟੇ ਹੋਏ ਹਾਂ। ਡਟੇ ਸੀ, ਡਟੇ ਹਾਂ ਤੇ ਡਟੇ ਰਹਾਂਗੇ ਜਿੰਨਾ ਚਿਰ ਇਹ ਦੇਸ਼ ਦਾ ਪ੍ਰਧਾਨ ਮੰਤਰੀ, ਦੇਸ਼ ਦੀ ਬੀਜੇਪੀ ਸਰਕਾਰ ਇਹਨਾਂ ਕਾਨੂੰਨਾਂ ਨੂੰ ਰਿਪੀਲ ਨਹੀਂ ਕਰਦੀ ਔਰ MSP ਦੇ ਉੱਪਰ ਨਵਾਂ ਕਾਨੂੰਨ ਨਹੀਂ ਬਣਾਉਂਦੀ, ਉਹਨਾਂ ਚਿਰ ਅਸੀਂ ਇਹਨਾਂ ਬਾਰਡਰਾਂ ਦੇ ਉੱਪਰ ਬੈਠੇ ਹਾਂ। ਸੋ ਮੋਰਚੇ ਦੇ ਪ੍ਰਬੰਧਾਂ ਬਾਰੇ, ਕਿਉਂਕਿ ਅਸੀਂ ਜਲਦੀ ਹੀ ਇੱਕ ਤਾਲਮੇਲ ਕਮੇਟੀ ਦੇ ਵਜੋਂ ਜਿੰਨੇ ਵੀ ਮੋਰਚੇ ਦੇ ਵਿੱਚ ਕੈਂਪ ਲੱਗੇ ਹੋਏ ਨੇ ਜਾਂ ਲੰਗਰ ਚੱਲ ਰਹੇ ਨੇ, ਉਹਨਾਂ ਦੇ ਵਿੱਚ ਸੈਨੀਟਾਈਜ਼ਰ ਕਰਨ ਜਾ ਰਹੇ ਹੈਗੇ ਆ। ਭਾਵੇਂ ਕਿ ਸਰਕਾਰ ਕਰੋਨਾ ਦਾ ਨਾਮ ਦੇ ਕੇ ਇਸ ਮੋਰਚੇ ਦੇ ਪ੍ਰਤੀ ਬਹੁਤ ਸਾਰੀਆਂ ਜਿਹੜੀਆਂ ਕੋਸ਼ਿਸ਼ਾਂ ਕਰ ਰਹੀ ਹੈ, ਬੜੀਆਂ ਨੀਤੀਆਂ ਘੜ ਰਹੀ ਹੈ, ਪਰ ਅਸੀਂ ਉਸ ਅਕਾਲ ਪੁਰਖ ਦੇ ਹੁਕਮ ਦੇ ਅਨੁਸਾਰ, ਜੋ ਕਿ ਸ਼ੁਰੂ ਤੋਂ ਲੈ ਕੇ ਇਸ ਅੰਦੋਲਨ ਵਿੱਚ ਅੰਗ ਸੰਗ ਸਹਾਈ ਹੋ ਕੇ ਇਸ ਅੰਦੋਲਨ ਨੂੰ ਚਲਾ ਰਹੇ ਨੇ, ਕੋਈ ਇੱਕ ਇਸ ਵਿਅਕਤੀ ਦਾ ਅੰਦੋਲਨ ਨਹੀਂ, ਇਹ ਪੂਰੇ ਦੇਸ਼ ਦੇ ਆਵਾਮ ਤੇ ਸਾਰੇ ਲੋਕਾਂ ਦਾ ਇਹ ਅੰਦੋਲਨ ਚੱਲ ਰਿਹਾ ਹੈ। ਕਿਉਂਕਿ ਅੱਜ ਦੇਸ਼ ਦਾ ਕਿਸਾਨ ਜਿੱਤੇਗਾ ਤੇ ਦੇਸ਼ ਦਾ ਆਵਾਮ ਜਿੱਤੇਗਾ। ਇਹ ਅੱਜ ਸਾਰੇ ਵਪਾਰੀ ਵੀਰ ਔਰ ਟਰਾਂਸਪੋਰਟਰ, ਮਜ਼ਦੂਰ ਯੂਨੀਅਨਾਂ ਔਰ ਸਾਰੇ ਹਰੇਕ ਵਰਗੀ ਦੁਕਾਨਦਾਰ, ਮੁਲਾਜ਼ਮ ਸਾਰੇ ਇਸ ਅੰਦੋਲਨ ਦੇ ਨਾਲ ਜੁੜ ਕੇ ਮੋਢੇ ਨਾਲ ਮੋਢਾ ਲਾ ਕੇ ਇਸ ਅੰਦੋਲਨ ਨੂੰ ਜਿੱਤਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਹੇ ਨੇ। ਔਰ ਗਰਮੀ ਕਰਕੇ ਇਸ ਮੋਰਚੇ ਦੇ ਸੰਬੰਧ ਵਿੱਚ ਜਿੰਨੀਆਂ ਵੀ ਝੁੱਗੀਆਂ ਜਾਂ ਵਾਸਾਂ ਦੇ ਛੱਪਰ ਬਣੇ ਹੋਏ ਨੇ ਜਾਂ ਹੋਰ ਵੀ ਆਪੋ ਆਪਣੀਆਂ ਟਰਾਲੀਆਂ ਦੇ ਉੱਪਰ ਕਵਰਿੰਗ ਕਰਕੇ ਰਹਿਣ ਬਸੇਰੇ ਬਣੇ ਹੋਏ ਨੇ, ਉਹਨਾਂ ਦੇ ਵਿੱਚ ਮੈਂ ਸਾਰਿਆਂ ਨੂੰ ਆਪ ਜੀ ਦੇ ਮਾਧਿਅਮ ਰਾਹੀਂ ਅਪੀਲ ਕਰਨੀ ਚਾਹਣਾ ਵੀ ਸਾਨੂੰ ਕੱਚੀਆਂ ਤਾਰਾਂ ਦੀ ਬਜਾਏ ਪੱਕੀਆਂ ਤਾਰਾਂ ਉੱਥੇ ਪਾਈਆਂ ਜਾਣ, ਚੰਗੀ ਫਿਟਿੰਗ ਕੀਤੀ ਜਾਵੇ, ਤਾਰ ਮਾੜੀ ਨਾ ਪਾਈ ਜਾਵੇ, ਤਾਂ ਕਿ ਕੋਈ ਇਸ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾ ਵਾਪਰੇ ਜਿਹੜੀ ਅੱਜ ਤੋਂ 4 ਦਿਨ ਪਹਿਲਾਂ ਵਾਪਰੀ ਸੀ। ਪਰ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ, ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਚਲੋ ਮਾਲੀ ਹੋਇਆ, ਮਾਲੀ ਤਾਂ ਆਪਾਂ ਪੂਰਾ ਵੀ ਕਰ ਸਕਦੇ ਹਾਂ, ਜਾਨੀ ਕਿਸੇ ਕੀਮਤ 'ਤੇ ਨਹੀਂ ਕੀਤਾ ਜਾ ਸਕਦਾ। ਸੋ ਇਹੋ ਹੀ ਬੇਨਤੀਆਂ ਅਸੀਂ ਕਰਨੀਆਂ ਨੇ ਵੀ ਅੱਗ ਦੇ ਖਤਰੇ ਤੋਂ ਸਾਨੂੰ ਪਾਣੀ ਦੀਆਂ ਬਾਲਟੀਆਂ, ਮਿੱਟੀ ਦੀਆਂ ਬਾਲਟੀਆਂ ਭਰ ਕੇ ਰੱਖਣੀਆਂ ਚਾਹੀਦੀਆਂ ਨੇ। ਅੱਗ ਬੁਝਾਊ ਯੰਤਰਾਂ ਦਾ ਲੰਗਰਾਂ ਦੇ ਵਿੱਚ ਔਰ ਜਥੇਬੰਦੀਆਂ ਦੇ ਬਣੇ ਹੋਏ ਕੈਂਪਾਂ ਦੇ ਵਿੱਚ ਵਿਸ਼ੇਸ਼ ਤੌਰ 'ਤੇ ਪ੍ਰਬੰਧ ਜਿਹੜਾ ਉਹ ਹੋਣਾ ਚਾਹੀਦਾ। ਔਰ ਬਾਕੀ ਕੈਂਪਾਂ ਦੇ ਵਿੱਚ ਜਿਹੜੇ ਲੰਗਰ ਨੇ ਜਾਂ ਹੋਰ ਵੀ ਸਾਡੇ ਰਹਿਣ ਬਸੇਰੇ ਬਣੇ ਹੋਏ ਨੇ, ਉੱਥੇ ਸਫਾਈ ਰੱਖਣੀ ਸਾਡਾ ਬਹੁਤ ਜ਼ਰੂਰੀ ਕੰਮ ਹੈਗਾ। ਸੋ ਮੇਰੀਆਂ ਇਹੋ ਹੀ ਬੇਨਤੀਆਂ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਕੁਲਦੀਪ ਸਿੰਘ ਜੀ ਬਰੀਦਪੁਰ। ਪਹਿਲਾਂ ਤਾਂ ਇੱਥੇ ਆਏ ਸਾਰੀ ਹੀ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਮੈਂ ਗੱਲ ਕਰੂੰਗਾ ਖਰੀਦ ਪ੍ਰਬੰਧਾਂ ਬਾਰੇ। ਜੋ ਸਾਡਾ ਹਾੜੀ ਦਾ ਸੀਜ਼ਨ ਚੱਲਦਾ, ਕਣਕ ਦਾ ਸੀਜ਼ਨ, ਵਿਸ਼ਾ ਪੰਜਾਬ ਦੀਆਂ ਮੰਡੀਆਂ ਵਿੱਚ ਬਾਰਦਾਨੇ ਦੀ ਬਹੁਤ ਵੱਡੀ ਕਮੀ ਆ। ਹਰਿਆਣੇ ਦੇ ਵਿੱਚ ਵੀ ਜੋ ਸੈਂਟਰ ਗੌਰਮੈਂਟ ਨੇ ਪ੍ਰਬੰਧ ਕਰਨਾ ਹੁੰਦਾ, FCI ਵੱਲੋਂ ਖਰੀਦ ਕੀਤੀ ਜਾਂਦੀ ਆ, ਸੈਂਟਰ ਏਜੰਸੀਆਂ ਵੱਲੋਂ, ਜੋ ਇਹ ਬਿੱਲ ਕਾਲੇ ਸਾਡੇ ਤੇ ਥੋਪੇ ਜਾ ਰਹੇ ਆ, ਉਹਨਾਂ ਦੇ ਨਤੀਜੇ ਹੁਣ ਦਿਨੋਂ ਦਿਨ ਸਾਡੇ ਸਾਹਮਣੇ ਆਉਣ ਜਾ ਰਹੇ ਆ। ਕਿਉਂਕਿ ਇਸ ਵਾਰ ਕਣਕ ਹਰਿਆਣੇ ਦੇ ਵਿੱਚ 1 ਤਰੀਕ ਤੋਂ ਖਰੀਦ ਸ਼ੁਰੂ ਹੋਈ ਸੀ ਤੇ ਪੰਜਾਬ ਵਿੱਚ 10 ਤਰੀਕ ਤੋਂ ਖਰੀਦ ਸ਼ੁਰੂ ਹੋਈ ਚੁੱਕੀ ਹੈ ਤੇ ਹਜੇ ਤੱਕ ਨਾ ਤਾਂ ਸੈਂਟਰ ਸਰਕਾਰ ਨੇ ਤੇ ਨਾ ਪੰਜਾਬ ਸਰਕਾਰ ਨੇ ਕੋਈ ਮੁਕੰਮਲ ਪ੍ਰਬੰਧ ਬਾਰਦਾਨੇ ਦਾ ਨਹੀਂ ਕਰ ਸਕੇ। ਜੋ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਬਾਰਦਾਨੇ ਦੀ ਕਮੀ ਆ। ਜੇ ਮੰਡੀਆਂ ਦੇ ਵਿੱਚ ਕਿਸੇ ਆੜ੍ਹਤੀਏ ਕੋਲ 2000 ਕੱਟਾ ਜਾਂ 3000 ਕੱਟਾ ਡੇਲੀ ਦਾ ਆਉਂਦਾ ਤਾਂ ਉਹਨੂੰ 500 ਜਾਂ 700 ਕੱਟਾ ਰਿਲੀਜ਼ ਹੁੰਦਾ। ਜੋ ਬਾਕੀ ਕਿਸਾਨ ਨੇ ਉਹਨਾਂ ਨੂੰ ਘੱਟੋ ਘੱਟ 5-5 ਦਿਨ 4-4 ਦਿਨ ਆਪਣੀ ਕਣਕ ਭਰਨ ਵਾਸਤੇ ਵੇਟ ਕਰਨੀ ਪੈਂਦੀ ਆ। ਉਹ ਬੜੀ ਮੰਦਭਾਗੀ ਗੱਲ ਵਾ। ਪੰਜਾਬ ਸਰਕਾਰ ਜਿੱਥੇ ਇਹ ਵੱਡੇ ਵੱਡੇ ਦਾਅਵੇ ਕਰਦੀ ਸੀ ਵੀ ਸਾਡੇ ਖਰੀਦ ਦੇ ਬਹੁਤ ਵੱਡੇ ਪ੍ਰਬੰਧ ਹੋ ਚੁੱਕੇ ਆ, ਉਹ ਬਿਲਕੁਲ ਖੋਖਲੇ ਸਾਬਤ ਹੋ ਚੁੱਕੇ ਆ। ਸੋ ਅੱਜ ਸਾਨੂੰ ਇਹ ਵੀ ਸੁਣਨ ਵਿੱਚ ਆਇਆ ਵੀ ਕੇਂਦਰ ਸਰਕਾਰ ਨੇ ਇੱਕ ਪੰਜਾਬ ਸਰਕਾਰ ਨੂੰ ਚਿੱਠੀ ਕੱਢੀ ਆ ਕਿ ਲੈਟਰ ਕੱਢਿਆ ਇੱਕ ਪੰਜਾਬ ਸਰਕਾਰ 'ਚ, ਸ਼ਾਇਦ ਇੱਕ ਅੱਧੇ ਦਿਨ 'ਚ ਗੱਲ ਸਾਹਮਣੇ ਆ ਜਾਊਗੀ ਭਈ ਆੜ੍ਹਤੀਏ ਬਾਰਦਾਨੇ ਦਾ ਪ੍ਰਬੰਧ ਕਰਨ। ਮੈਂ ਪੁੱਛਣਾ ਚਾਹੁੰਦਾ ਪੰਜਾਬ ਸਰਕਾਰ ਤੋਂ ਵੀ ਤੇ ਕੇਂਦਰ ਸਰਕਾਰ ਤੋਂ ਵੀ ਭਈ ਆੜ੍ਹਤੀਆ ਕਿਸ ਤਰ੍ਹਾਂ ਬਾਰਦਾਨੇ ਦਾ ਪ੍ਰਬੰਧ ਕਰ ਸਕਦਾ ਆ। ਜੋ ਬਾਰਦਾਨੇ ਦੀ ਕੀਮਤ ਆ ਉਹ ਇਸ ਸਾਲ ਨਵੇਂ ਬਾਰਦਾਨੇ ਦੀ ਇੱਕ ਬੈਗ ਦੀ ਕੀਮਤ 40 ਤੋਂ 41 ਰੁਪਏ ਇੱਕ ਬੋਰੀ ਦੀ ਹੈ ਤੇ ਆੜ੍ਹਤੀਏ ਦੀ ਕਮਿਸ਼ਨ 45-46 ਰੁਪਏ ਬਣਦੀ ਆ, ਜੋ ਉਹਨਾਂ ਨੂੰ ਕਦੇ 6 ਮਹੀਨੇ ਬਾਅਦ ਮਿਲਦੀ ਆ ਤੇ ਕਦੇ ਸਾਲ ਬਾਅਦ ਮਿਲਦੀ ਆ ਗੌਰਮੈਂਟ ਵੱਲੋਂ। ਤੇ ਜੇ ਅਸੀਂ 1 ਕੁਆਂਟਲ ਕਣਕ ਬਾਰਦਾਨੇ ਵਿੱਚ ਆੜ੍ਹਤੀਆ ਬਾਰਦਾਨਾ ਮੁੱਲ ਲੈ ਕੇ ਪਾਉਂਦਾ ਤਾਂ 82 ਰੁਪਏ ਖਰਚਾ ਉਹਦਾ ਕੁਆਂਟਲ ਫਸਲ ਭਰਨ 'ਤੇ ਆ ਜਾਊਗਾ। ਸੋ ਆੜ੍ਹਤੀਆ ਵਰਗ ਤਾਂ ਪਹਿਲਾਂ ਹੀ ਬੜਾ ਨਿਰਾਸ਼ ਆ, ਕਿਉਂਕਿ ਇਸ ਵਾਰ ਸਿੱਧੀ ਅਦਾਇਗੀ ਕਿਸਾਨਾਂ ਦੇ ਖਾਤਿਆਂ ਵਿੱਚ ਜਾਣੀ ਆ, ਕਿਉਂਕਿ ਉਹਨਾਂ ਨੂੰ ਆਪਣੀ ਕਮਿਸ਼ਨ ਨਹੀਂ ਮਿਲਣੀ ਹੈਗੀ। ਜੋ ਹੋਰ ਖਰਚੇ ਉਹਨਾਂ ਦੇ ਆੜ੍ਹਤੀਏ ਭਰਾਵਾਂ ਦੇ, ਜੋ ਇੰਸਪੈਕਟਰਾਂ ਦੇ, ਮੰਡੀ ਦੇ ਜਾਂ ਹੋਰ ਏਜੰਸੀਆਂ ਦੇ ਖਰਚੇ ਹੁੰਦੇ ਆ, ਉਹ ਤਾਂ ਪਹਿਲਾਂ ਹੀ ਬੜੀ ਮੰਦੀ ਦੇ ਦੌਰ ਵਿੱਚੋਂ ਗੁਜ਼ਰ ਰਹੇ ਆ। ਸੋ ਇੱਕ ਨਵਾਂ ਫਰਮਾਨ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਦੇ ਉੱਪਰ ਥੋਪ ਦਿੱਤਾ ਤੇ ਪੰਜਾਬ ਸਰਕਾਰ ਇੱਕ ਮੂਰਖ ਦਰਸ਼ਕ ਬਣ ਕੇ ਇਹ ਸਭ ਕੁਝ ਦੇਖ ਰਹੀ ਆ। ਸੋ ਅਸੀਂ ਜੋ ਖਰੀਦ ਸਾਡੀ 11 ਤਰੀਕ ਤੋਂ ਸ਼ੁਰੂ ਹੋ ਚੁੱਕੀ ਆ ਪੰਜਾਬ ਵਿੱਚ, ਹਜੇ ਤੱਕ ਕਿਸੇ ਵੀ ਮੰਡੀ ਦੇ ਵਿੱਚ ਪੰਜਾਬ ਦੇ ਵਿੱਚ ਪੇਮੈਂਟ ਨਹੀਂ ਰਿਲੀਜ਼ ਹੋਈ, ਕਿਉਂਕਿ ਇਹ ਸਮੱਸਿਆ ਸਿੱਧੀ ਅਦਾਇਗੀ ਦਾ ਇਸ ਵਾਰ ਪਹਿਲੀ ਵਾਰ ਇਹ ਚੱਲਿਆ। ਜੋ ਕਿਸੇ ਵੀ ਆੜ੍ਹਤੀਏ ਨੂੰ ਬਹੁਤੀ ਨੌਲੇਜ ਨਹੀਂ, ਉਹ ਪੋਰਟਲ ਨਹੀਂ ਖੁੱਲ੍ਹ ਰਹੇ, ਬਿੱਲ ਨਹੀਂ ਪੈ ਰਹੇ, ਕਿਸੇ ਨੂੰ ਕੋਈ ਸਮੱਸਿਆ। ਜੋ ਇਹਨਾਂ ਦਾਅਵੇ ਕਰਦੇ ਆ ਕੇਂਦਰ ਸਰਕਾਰ ਸਿੱਧੀ ਅਦਾਇਗੀ ਦਾ, ਪੰਜਾਬ ਸਰਕਾਰ ਭਈ ਅਸੀਂ 48 ਘੰਟੇ ਜਾਂ 72 ਘੰਟਿਆਂ ਦੇ ਵਿੱਚ ਪੇਮੈਂਟ ਕਰਾਂਗੇ, ਕਿਸੇ ਵੀ ਕਿਸਾਨ ਦੇ ਖਾਤੇ ਵਿੱਚ ਹਜੇ ਤੱਕ ਇੱਕ ਪੈਸਾ ਨਹੀਂ ਗਿਆ। ਇਹ ਬੜਾ ਮੰਦਭਾਗਾ ਆ। ਜਿੱਥੇ ਅਸੀਂ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦੇ ਆ, ਉੱਥੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਸਰਕਾਰ ਨੂੰ ਵੀ ਇਹ ਚੇਤਾਵਨੀ ਦਿੰਦੇ ਆ। ਬੇਸ਼ੱਕ ਅਸੀਂ ਕਿਸਾਨ ਜਥੇਬੰਦੀਆਂ ਔਰ ਕਿਸਾਨ ਇੱਥੇ ਦਿੱਲੀ ਦੇ ਬਾਰਡਰਾਂ 'ਤੇ ਧਰਨੇ, ਸੰਯੁਕਤ ਮੋਰਚਾ ਜੋ ਲੱਗਿਆ ਹੋਇਆ ਮਾਰ ਰਹੇ ਆ, ਜੇ ਆਉਣ ਵਾਲੇ 1-2 ਦਿਨਾਂ ਦੇ ਵਿੱਚ ਵੱਡੇ ਪੱਧਰ 'ਤੇ ਬਾਰਦਾਨੇ ਦਾ ਪ੍ਰਬੰਧ ਨਾ ਕੀਤਾ ਗਿਆ ਜਾਂ ਪੇਮੈਂਟ ਨਾ ਆਈ ਖਾਤਿਆਂ ਦੇ ਵਿੱਚ, ਤਾਂ ਅਸੀਂ ਪੰਜਾਬ ਸਰਕਾਰ ਦਾ ਵੀ ਘਿਰਾਓ ਕਰਾਂਗੇ। ਜਿਸ ਤਰ੍ਹਾਂ BJP ਦੇ ਆਗੂਆਂ ਨੂੰ ਕੋਈ ਬਾਹਰ ਨਿਕਲ ਨਹੀਂ ਦਿੱਤਾ ਕਿ ਜਾਂਦਾ ਆਪਾਂ ਪੰਜਾਬ 'ਚ ਔਰ ਹਰਿਆਣੇ ਦੇ ਵਿੱਚ ਜਾਂ ਵੱਖ ਰਾਜਾਂ 'ਚ, ਤੇ ਪੰਜਾਬ ਸਰਕਾਰ ਦੇ ਮੰਤਰੀਆਂ ਸੰਤਰੀਆਂ ਨੂੰ ਵੀ ਅਸੀਂ ਘਿਰਾਓ ਕਰਾਂਗੇ ਮੰਡੀਆਂ 'ਚ, ਕਸਬਿਆਂ 'ਚ ਤੇ ਸ਼ਹਿਰਾਂ 'ਚ। ਸੋ ਇਹ 'ਤੇ ਸਖਤ ਅਸੀਂ ਰੁਖ ਅਪਣਾਵਾਂਗੇ ਤੇ ਸੰਯੁਕਤ ਮੋਰਚੇ ਵੱਲੋਂ ਤੇ ਕਮੇਟੀ ਬਾਰੇ ਹੋਰ ਮੁੱਦਿਆਂ ਤੇ ਮੇਰੇ ਸਾਥੀਆਂ ਨੇ ਦੱਸਿਆ। ਮੈਂ ਤੁਹਾਡੇ ਅੱਗੇ ਇਹ ਚੀਜ਼ ਲਿਆਉਣਾ ਚਾਹੁੰਦਾ ਆ ਵੀ ਜਿਹੜੀਆਂ ਇੱਕ ਮੋਰਚੇ ਦੇ ਪ੍ਰਤੀ, ਅੰਦੋਲਨ ਪ੍ਰਤੀ ਇਹ ਸਰਕਾਰਾਂ ਪਹਿਲੇ ਦਿਨ ਤੋਂ ਅਫਵਾਹਾਂ ਫੈਲਾਉਂਦੀਆਂ ਰਹੀਆਂ ਆ।
ਕਦੀ ਸਾਨੂੰ ਕਿਸੇ ਪੋਲੀਟੀਕਲ ਪਾਰਟੀ ਨਾਲ ਜੋੜਿਆ ਗਿਆ ਜਦੋਂ ਅਸੀਂ ਪੰਜਾਬ 'ਚੋਂ ਅੰਦੋਲਨ ਲੈ ਕੇ ਤੁਰੇ ਹਾਂ। ਫਿਰ ਇਹਨੂੰ ਵੱਖਵਾਦੀ, ਇਨਕਲਾਬੀ, ਖਾਲਿਸਤਾਨੀ ਬੀਜੇਪੀ ਸਰਕਾਰ ਨੇ ਪਹਿਲੇ ਦਿਨ ਤੋਂ ਲੈ ਕੇ ਇਸ ਅੰਦੋਲਨ ਨੂੰ ਬਦਨਾਮ ਕਰਨ ਦੇ ਲਈ ਕੋਈ ਨਾ ਕੋਈ ਆਪਣੇ ਆਈਟੀ ਸੈੱਲ ਤੋਂ ਇਹ ਕੀਤੀ ਗਈ। ਅਸੀਂ ਧੰਨਵਾਦ ਕਰਦੇ ਹਾਂ ਮੀਡੀਆ ਵਾਲੇ ਸਾਥੀਆਂ ਦਾ ਵੀ, ਇਹ ਨਹੀਂ ਉਹਨੂੰ ਨਾਲ ਹੀ ਕਾਊਂਟਰ ਕੱਢ ਕੇ ਤੇ ਸਾਡੇ ਅੰਦੋਲਨ ਦੀ ਸੱਚਾਈ ਜਿਹੜੀ ਆ ਅੱਗੇ ਸਾਹਮਣੇ ਪੇਸ਼ ਕੀਤੀ ਗਈ। ਦੋਸਤੋ, ਅਸੀਂ ਪੰਜਾਬ ਵਾਸੀਆਂ ਨੂੰ, ਹਰਿਆਣਾ ਵਾਸੀਆਂ ਨੂੰ, ਦੇਸ਼ ਵਾਸੀਆਂ ਨੂੰ ਇਸ ਗੱਲ ਤੋਂ ਬੇਨਤੀ ਕਰਦੇ ਹਾਂ ਵੀ ਇਹ ਅਫਵਾਹਾਂ ਦਾ ਤੁਸੀਂ ਬਿਲਕੁਲ ਵੀ ਪਰਵਾਹ ਨਹੀਂ ਕਰਨੀ। ਇਹ ਬੀਜੇਪੀ ਦੀ ਆਈਟੀ ਸੈੱਲ ਦੇ ਥਰੂ ਜਿਹੜਾ ਬੀਜੇਪੀ ਦਾ ਸਾਰੀ ਇੱਕ ਚਾਲ ਆ ਕਿਸੇ ਤਰ੍ਹਾਂ ਅੰਦੋਲਨ ਨੂੰ ਖਦੇੜਨ ਦੀ। ਕਦੀ ਹੁਣ ਇਹ ਬਿਮਾਰੀ ਦਾ ਨਾਂ ਲੈ ਕੇ ਇਹਨੂੰ ਖਦੇੜਨ ਦੀ ਕੋਸ਼ਿਸ਼ ਕਰ ਰਹੇ ਆ। ਦੇਖੋ, ਜਿਹੜਾ ਅੰਦੋਲਨ ਆ, ਅੱਜ ਸਾਡੀ ਫਸਲਾਂ ਦੀ ਕਟਾਈ ਚੱਲ ਰਹੀ ਆ, ਥੋੜ੍ਹੇ ਦਿਨਾਂ ਦੇ ਵਿੱਚ ਹੀ ਇਹ ਖਤਮ ਹੋ ਜਾਣੀ ਆ। ਇਹ ਅੰਦੋਲਨ ਤੇ ਰੱਛ ਪੂਰਾ ਹੋਊਗਾ। ਹਾਲੇ ਵੀ ਇੱਥੇ ਤੁਸੀਂ ਘੁੰਮ ਕੇ ਦੇਖੋ, ਪੂਰੀ ਜਿਹੜੀ ਆ ਚਹਿਲ ਪਹਿਲ ਆ। ਤੇ ਅਸੀਂ ਆਪਣੇ ਦੇਸ਼ ਵਾਸੀਆਂ ਨੂੰ ਇਹ ਅਪੀਲ ਵੀ ਕਰਦੇ, ਜਿੱਦਾਂ ਫਸਲਾਂ ਦੀ ਕਟਾਈ ਸਾਡੀ ਖਤਮ ਹੁੰਦੀ ਆ, ਉੱਦਾਂ ਹੀ ਛੇਤੀ ਤੋਂ ਛੇਤੀ ਆਪਣੇ ਅੰਦੋਲਨ ਦੇ ਵਿੱਚ ਪਹੁੰਚੋ ਤਾਂ ਜੋ ਆਪਾਂ ਜਿਹੜੇ ਤਿੰਨੇ ਹੀ ਕਾਲੇ ਕਾਨੂੰਨ ਆ ਇਹ ਰੱਦ ਕਰਾ ਸਕੀਏ ਤੇ ਆਪਾਂ ਜਿੱਤ ਕੇ ਆਪਣੇ ਘਰਾਂ ਨੂੰ ਜਾਈਏ, ਕਿਉਂਕਿ ਸਾਡੇ ਲਈ ਜਿੱਤਣਾ ਬਹੁਤ ਜ਼ਰੂਰੀ ਆ। ਕਿਉਂਕਿ ਸਾਡੀ ਇਕੱਲੀ ਫਸਲਾਂ ਦਾ ਨਹੀਂ, ਨਸਲਾਂ ਦਾ ਵੀ ਸਵਾਲ ਹੋ ਗਿਆ ਆ। ਇੱਕ ਬੇਨਤੀ ਮੈਂ ਹੋਰ ਕਰਨਾ ਚਾਹੁੰਦਾ ਹਾਂ ਜੀ। ਪੰਜਾਬ ਦੇ ਵਿੱਚ ਇੱਕ ਕਾਂਡ ਬਹੁਤ ਵੱਡਾ ਹੋਇਆ ਸੀ ਜਿਹਦੇ ਨਾਲ ਦੇਸ਼ ਵਿਦੇਸ਼ ਦੀਆਂ ਸੰਗਤਾਂ ਜੁੜੀਆਂ ਦੀਆਂ, ਜਿਹੜੀਆਂ ਆਸਥਾ ਭਾਵਨਾ ਜੁੜੀਆਂ ਹੋਈਆਂ ਸੀ, ਬਾਈਬਲ ਕਲਾਂ ਕਾਂਡ। ਉਹਦੇ ਵਿੱਚ ਆਏ ਦਿਨ ਜਿਹੜੀ ਕਮੇਟੀ ਬਣਦੀ ਆ, ਉਹ ਕਮੇਟੀ ਬਿਨਾਂ ਕਾਰਨ ਹੀ ਸਰਕਾਰਾਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਇਹਨੂੰ ਰੱਦ ਕਰ ਦਿੰਦੀਆਂ। ਇਹਦੇ ਨਾਲ ਕਿਤੇ ਨਾ ਕਿਤੇ ਸੰਗਤਾਂ ਦੀਆਂ ਜਿਹੜੀਆਂ ਆ ਭਾਵਨਾ ਨੂੰ ਠੇਸ ਪਹੁੰਚ ਰਹੀ ਆ। ਅਸੀਂ ਇਹ ਵੀ ਇੱਕ, ਚਾਹੇ ਇਹਨੂੰ ਚੇਤਾਵਨੀ ਸਮਝੋ ਚਾਹੇ ਅਪੀਲ ਸਮਝੋ, ਬਈ ਜੋ ਵੀ ਇਸ ਕਾਂਡ ਦੇ ਦੋਸ਼ੀ ਆ, ਇਹ ਕਮੇਟੀਆਂ ਦੀ ਜਾਂਚ ਪੂਰੀ ਕਰਕੇ, ਜਨਤਕ ਕਰਕੇ ਜਲਦੀ ਤੋਂ ਜਲਦੀ ਉਹ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ। ਇਹੋ ਜਿਹੀਆਂ ਜਿਹੜੀਆਂ ਕਿਸੇ ਦੀਆਂ ਭਾਵਨਾ ਨੂੰ ਠੇਸ ਪਹੁੰਚਾਉਣਾ, ਇਹ ਬਿਲਕੁਲ ਗਲਤ ਆ। ਅਸੀਂ ਇਹਦੇ ਬਾਰੇ ਵੀ ਜ਼ਰੂਰ ਅੱਜ ਗੱਲ ਇਹ ਰੱਖੀ ਆ ਵੀ ਸਾਰਿਆਂ ਨੇ ਫੈਸਲਾ ਲਿਆ, ਅਸੀਂ ਇਹਦੇ ਖਿਲਾਫ ਵੀ ਆਵਾਜ਼ ਉਠਾਵਾਂਗੇ। ਤੇ ਬਾਕੀ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ, ਜਿੱਦਾਂ ਸਾਡੀ ਫਸਲਾਂ ਦੀ ਕਟਾਈ ਜਿਹੜੀ ਆ ਖਤਮ ਹੁੰਦੀ ਆ, ਆਪਾਂ ਛੇਤੀ ਤੋਂ ਛੇਤੀ ਪਿੰਡਾਂ ਵਾਈਜ਼ ਜਿੱਦਾਂ ਅੱਗੇ ਆਉਂਦੇ ਆ, ਸੰਗਤ ਆ ਰਹੀ ਆ, ਹੋਰ ਵੱਧ ਚੜ੍ਹ ਕੇ ਆਈਏ। ਸਾਰੇ ਸਾਡੇ ਚਾਹੇ ਨੌਜਵਾਨ ਵੀਰ ਆ, ਹੋਰ ਜਿੱਦਾਂ ਵੀ ਕੋਈ ਜਥੇਬੰਦੀਆਂ, ਸਾਰੇ ਵੱਧ ਤੋਂ ਵੱਧ ਆਓ ਤੇ ਆਪਾਂ ਇਸ ਮੋਰਚੇ ਨੂੰ ਜਿੱਤੀਏ। ਜਿੰਨੀ ਛੇਤੀ ਆਪਾਂ ਇਕੱਠ ਹੋਵਾਂਗੇ, ਜਿਹੜੀਆਂ ਸਰਕਾਰ ਅਫਵਾਹਾਂ ਫੈਲਾ ਰਹੀ ਆ, ਪਰਸੋਂ ਚੌਥੀ ਇੱਕ ਪੇਪਰ ਮੀਡੀਆ ਰਾਹੀਂ ਪਤਾ ਲੱਗਾ ਸਾਨੂੰ ਜੀ, ਲੱਗਾ ਜੀ ਸਰਕਾਰ ਨੇ ਇੱਕ ਇੱਦਾਂ ਦਾ ਅਫਵਾਹ ਫੈਲਾਤੀ ਵੀ ਛੇਤੀ ਅੰਦੋਲਨ ਚੱਕਿਆ ਜਾ ਰਿਹਾ, ਇੱਥੇ ਗਿਣਤੀ ਘੱਟ ਆ। ਉਹ ਥੋੜ੍ਹੇ ਦਿਨਾਂ ਦੇ ਵਿੱਚ ਹੀ ਤੁਸੀਂ 1-2 ਦਿਨਾਂ 'ਚ ਇੱਥੇ ਪਹੁੰਚ ਕੇ ਸਰਕਾਰ ਦੇ ਵੀ ਵਹਿਮ ਕੱਢ ਦਿਓ ਤੇ ਵੱਧ ਤੋਂ ਵੱਧ ਆਪਣੀ ਗਿਣਤੀ ਜਿਹੜੀ ਇੱਥੇ ਕਰੋ। ਬਾਕੀ ਹੁਣ ਮੈਂ ਮੀਡੀਆ ਵਾਲੇ ਸਾਥੀਆਂ ਨੂੰ ਬੇਨਤੀ ਕਰੂੰਗਾ, ਜੇ ਕੋਈ ਵੀ ਉਹ ਸਵਾਲ ਪੁੱਛਣਾ ਚਾਹੁੰਦੇ ਆ ਤਾਂ ਅਸੀਂ ਸਾਰੀ ਕਮੇਟੀ ਇੱਥੇ ਹਾਜ਼ਰ ਬੈਠੀ ਹੈ। ਜਿਹੜਾ ਕਿ ਤਾਲਮੇਲ ਕਮੇਟੀ ਜਿਹੜੀ ਹੈਗੀ ਹੈ ਜੀ, ਜਿਵੇਂ ਖਾਸ ਕਰਕੇ ਇੱਕ ਨਵਾਂ ਫੈਸਲਾ ਜਿਹੜਾ ਕਿ ਕੱਲ੍ਹ ਹੋਇਆ ਹੈਗਾ, ਮੀਡੀਆ ਦੇ ਵਿੱਚ ਘੁੰਮ ਰਿਹਾ ਤੇ ਲੇਟੈਸਟ ਗੱਲ ਹੈ, ਮਾਰਚ ਜਿਹੜਾ ਸੀ ਪਾਰਲੀਮੈਂਟ ਵਾਲਾ ਉਹ ਪੋਸਟਪੋਨ ਕੀਤਾ ਗਿਆ ਮੁਲਤਵੀ, ਉਹਦੇ ਬਾਰੇ ਕੁਝ ਸਪਸ਼ਟ ਕਰ ਸਕਦੇ? ਕਿਉਂਕਿ ਮੀਡੀਆ ਦੇ ਵਿੱਚ ਖਬਰ ਆ ਗਈ ਹੈ, ਉਹ ਕੁਝ ਸੱਜਣ ਕਹਿ ਰਹੇ ਵੀ ਅਜੇ ਉਹ ਸਪਸ਼ਟ ਨਹੀਂ ਹੈਗਾ, ਹੁਣ ਤੇ ਕੁਝ ਆਪਣੀ ਕੰਟਰੋਵਰਸੀ ਚੱਲ ਰਹੀ ਹੈ ਪੰਜਾਬ ਹਰਿਆਣਾ ਦੇ ਲੀਡਰਸ ਦੀ, ਉਹਦੇ ਬਾਰੇ ਕੀ ਹੈ? ਕੋਈ ਇੱਦਾਂ ਦੀ ਗੱਲਬਾਤ ਨਹੀਂ ਹੈਗੀ। ਉਹਦੇ ਬਾਰੇ ਕੱਲ੍ਹ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਇੱਥੇ ਪ੍ਰੈਸ ਕਾਨਫਰੰਸ ਹੋ ਰਹੀ ਹੈ, ਉਹਦੇ ਵਿੱਚ ਆਗੂ ਸਾਹਿਬਾਨ ਸਾਰਾ ਕੁਝ ਦੱਸਣਗੇ। ਅਜੇ ਅਸੀਂ ਕਮੇਟੀ ਜਿਹੜੀ ਹੈ ਐਸਕੇਐਮ ਵੱਲੋਂ ਗਠਿਤ ਕੀਤੀ ਗਈ ਹੈ। ਅੱਜ ਪਹਿਲੀ ਮੀਟਿੰਗ ਅਸੀਂ ਪ੍ਰੈਸ ਕਾਨਫਰੰਸ ਤੁਹਾਡੇ ਨਾਲ ਕਰ ਰਹੇ ਹੈਗੇ ਆ। ਅਸੀਂ ਜਿਵੇਂ ਅੱਗੇ ਇਸ ਮੋਰਚੇ ਦੇ ਪ੍ਰਬੰਧਾਂ ਬਾਰੇ ਜਾਂ ਜਿਵੇਂ ਮੇਰੇ ਸਾਥੀਆਂ ਨੇ ਦੱਸਿਆ, ਉਸ ਬਾਰੇ ਜਿਵੇਂ ਅਸੀਂ ਅੱਗੇ ਵਧਾਂਗੇ ਉਹ ਸਾਰਾ ਕੁਝ ਤੁਹਾਨੂੰ ਨਾਲ ਦੀ ਨਾਲ ਕਨਵੇ ਕਰਦੇ ਰਹਾਂਗੇ ਜੀ। ਤਾਲਮੇਲ ਦਾ ਉੱਦਾਂ ਤਾਂ ਤੁਸੀਂ ਪੋਸਟਰ ਵੀ ਜਿਹੜਾ ਕੱਲ੍ਹ ਜਾਰੀ ਕੀਤਾ ਗਿਆ ਵੀ ਉਹ ਕੁਝ ਮੀਡੀਆ ਜਾਂ ਕੁਝ ਸੰਸਥਾਵਾਂ ਜਾਂ ਟਰਾਲੀਆਂ ਦੇ ਤਾਲਮੇਲ ਆ, ਕੀ ਸਰਕਾਰ ਨਾਲ ਤਾਲਮੇਲ ਦੇ ਵਾਸਤੇ ਵੀ ਤੁਸੀਂ ਕੁਝ ਫਰਜ਼ ਨਿਭਾ ਸਕਦੇ ਹੋ ਜੇ ਲੋੜ ਪੈਂਦੀ ਹੈ, ਜਾਂ ਸਿਰਫ ਇੱਥੇ ਆਪਣੇ ਆਪਸੀ ਪ੍ਰੋਗਰਾਮਾਂ ਦੇ ਵਾਸਤੇ ਤਾਲਮੇਲ ਬਣਾਓ? ਦੇਖੋ ਜੀ, ਇਹ ਤਾਲਮੇਲ ਕਮੇਟੀ ਮੋਰਚੇ ਦੇ ਸਬੰਧ ਵਿੱਚ ਕਿਤੇ ਵੀ ਕਿਸੇ ਮਦਦ ਦੀ ਲੋੜ ਹੈਗੀ ਆ ਜਾਂ ਕਿਸੇ ਸਾਰੇ ਹੀ ਕੰਮਾਂ ਵਾਸਤੇ ਤਾਲਮੇਲ ਕਮੇਟੀ ਬਣੀ ਹੈਗੀ ਹੈ। ਜੇ ਕੋਈ ਸਰਕਾਰ ਨਾਲ ਗੱਲਬਾਤ ਕਰਨ ਦੀ ਗੱਲ ਆਵੇਗੀ ਤੇ ਜਿਵੇਂ ਐਸਕੇਐਮ ਦੀ ਗੱਲਬਾਤ ਹੋਵੇਗੀ ਉਸ ਅਧੀਨ ਅਸੀਂ ਗੱਲ ਕਰਾਂਗੇ। ਜਿਵੇਂ ਲੋਕਾਂ ਨੇ ਸੰਪਰਕ ਕਰਨਾ ਹੋਵੇਗਾ, ਜਿਹੜੀਆਂ ਕਮੇਟੀਆਂ ਤੁਸੀਂ ਵਿੱਚ ਜ਼ਿਕਰ ਕੀਤਾ ਆ, ਉਹਨਾਂ ਨੇ ਸੰਪਰਕ ਕਰਨਾ ਹੋਊਗਾ ਤਾਂ ਜਿਹੜੇ ਨੰਬਰ ਦਿੱਤੇ ਗਏ ਨੇ ਉਹਨਾਂ ਦੇ ਅਨੁਸਾਰ ਹੀ ਹੋ ਸਕਦਾ, ਜਾਂ ਕੋਈ ਦਫ਼ਤਰ ਵੀ ਬਣਾਇਆ ਜਾਊਗਾ ਕਿ ਜਿਵੇਂ ਕਿਸੇ ਟਰਾਲੀ ਵਾਲੇ ਨੂੰ ਕੋਈ ਦਿੱਕਤ ਆਉਂਦੀ ਹੈ, ਉਹਦੇ ਕੋਲ ਨੰਬਰ ਨਹੀਂ ਹੈਗਾ, ਉੱਥੇ ਪਹੁੰਚ ਕੇ ਆਪਣੀ ਜਿਹੜੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ? ਹਾਂ ਬਿਲਕੁਲ, ਦਫ਼ਤਰ ਜਿਹੜਾ ਉਹ ਆਪਣਾ KFC ਜਿਹੜਾ ਮੌਲ ਆ ਉਹਨੂੰ ਬਿਲਕੁਲ ਸਾਂਝੀ ਸੱਥ ਨੂੰ ਬਣਿਆ ਹੋਇਆ ਜੀ, ਤੇ ਉਸ ਦਫ਼ਤਰ ਦੇ ਵਿੱਚ ਕੋਈ ਵੀ ਆਪਣੀ ਜਿਹੜੀ
ਸ਼ਿਕਾਇਤ ਆ ਜਾਂ ਕੋਈ ਮੋਰਚੇ ਦੇ ਸੰਬੰਧ ਵਿੱਚ ਕੋਈ ਸਲਾਹ ਮਸ਼ਵਰਾ ਦੇਣਾ ਚਾਹੁੰਦਾ ਹੈ ਤੇ ਉੱਥੇ ਉਹ ਦੇ ਸਕਦਾ ਹੈ। ਸਾਂਝੀ ਸੱਤ ਨੂੰ ਸਾਹਮਣੇ ਬਿਲਕੁਲ ਰੋਡ ਦੇ ਉੱਪਰ ਇੱਕ ਵੱਖਰਾ ਦਫ਼ਤਰ ਬਣਾਵਾਂਗੇ ਵੱਖਰਾ ਦਫ਼ਤਰ ਬਣਾਵਾਂਗੇ ਜੀ। ਤੇ ਬਕਾਇਦਾ ਸਾਰਿਆਂ ਦੀਆਂ ਸ਼ਿਕਾਇਤਾਂ ਸੁਣਾਂਗੇ ਤੇ ਜੇਕਰ ਕੋਈ ਵੀ ਕਿਸੇ ਕੋਲ ਕੋਈ ਸੁਝਾਅ ਹੋਊਗਾ ਇਸ ਮੋਰਚੇ ਦੇ ਪ੍ਰਤੀ, ਇਹਨੂੰ ਚੜ੍ਹਦੀ ਕਲਾ ਵੱਲ ਲਿਜਾਣ ਵਾਸਤੇ, ਹੋ ਸਕਦਾ ਕਿ ਕਿਸੇ ਦੇ ਦਿਮਾਗ ਦੇ ਵਿੱਚ ਕੋਈ ਏਡਾ ਵੱਡਾ ਫਾਰਮੂਲਾ ਹੋਵੇ ਜੋ ਸਾਡੇ ਕਿਸਾਨ ਜਥੇਬੰਦੀਆਂ ਦੇ ਦਿਮਾਗਾਂ ਦੇ ਵਿੱਚ ਵੀ ਨਾ ਆਵੇ ਤੇ ਬੁੱਧੀਜੀਵੀਆਂ ਦੇ ਦਿਮਾਗ ਦੇ ਵਿੱਚ ਵੀ ਨਾ ਆਵੇ। ਸਾਰਿਆਂ ਦੇ ਸੁਝਾਅ ਅਸੀਂ ਲਵਾਂਗੇ, ਲਿਖਤੀ ਲਵਾਂਗੇ ਸੁਝਾਅ ਤੇ ਉਹਨਾਂ ਤੇ ਗੌਰ ਕਰਾਂਗੇ ਤੇ ਇਸ ਮੋਰਚੇ ਨੂੰ ਜਿੱਤਣ ਵਾਸਤੇ ਅਸੀਂ ਜਿਹੜੇ ਇਹ ਉਪਰਾਲੇ ਕਰ ਰਹੇ ਹਾਂ। ਅਪ੍ਰੈਲ ਮਹੀਨਾ ਅੱਧਾ ਲੰਘ ਗਿਆ, ਤੁਹਾਨੂੰ ਲੱਗਦਾ ਵੀ ਤਾਲਮੇਲ ਕਮੇਟੀ ਜਿਹੜੀ ਸ਼ੁਰੂਆਤੀ ਦਿਨਾਂ 'ਚ ਬਣ ਜਾਣੀ ਚਾਹੀਦੀ ਸੀ, ਕਿਉਂਕਿ ਹੁਣ ਕਿਸੇ ਕੋਲੇ ਰਾਸ਼ਨ ਦੀ ਲੋੜ ਆ, ਕਿਸੇ ਕੋਲ ਲਾਈਟ, ਜਿਵੇਂ ਕੁਝ ਟੈਂਟਾਂ ਦੇ ਵਿੱਚ 3 ਦਿਨ ਤੋਂ ਲਾਈਟ ਨਹੀਂ ਹੈਗੀ, ਉਹ ਕਹਿੰਦੇ ਅਸੀਂ ਜਾ ਕੇ ਕਹਿੰਦੇ ਵੀ ਆ, ਉਹ ਆਪਣੇ ਪ੍ਰਧਾਨ ਨੂੰ ਕਹਿੰਦੇ ਆ, ਪ੍ਰਧਾਨ ਤੁਹਾਨੂੰ ਪਤਾ ਵਾਢੀ ਦਾ ਸਮਾਂ, ਕਿਸੇ ਦਾ ਪ੍ਰਧਾਨ ਪਿੰਡ ਆ, ਕਿਸੇ ਦਾ ਚੇਅਰਮੈਨ ਪਿੰਡ ਆ, ਉਹ ਲਾਈਟ ਤੋਂ ਵੀ। ਤੁਹਾਨੂੰ ਲੱਗਦਾ ਵੀ ਇੱਕ ਕਾਰਵਾਈ ਕਮੇਟੀ ਜਿਹੜੀ ਤਾਲਮੇਲ ਕਮੇਟੀ ਪਹਿਲਾਂ ਬਣ ਜਾਣੀ ਚਾਹੀਦੀ ਸੀ, ਤਾਂ ਕਿ ਜਿਹੜੇ ਸਾਡੇ ਕਿਸਾਨ ਉਹਨਾਂ ਨੂੰ ਕੋਈ ਮੁਸ਼ਕਲ ਨਾ ਆਉਂਦੀ, ਉਹ ਜਾਂਦੇ ਆ ਵਲੰਟੀਅਰ ਬਦਲਦੇ ਰਹਿੰਦੇ ਆ, ਤਾਂ ਹੁਣ ਸਾਨੂੰ ਪਤਾ ਲੱਗੇ ਵੀ ਆਹ ਚਿਹਰੇ ਆ ਜਿਹੜੇ ਇਹਨਾਂ ਤਕਲੀਫਾਂ ਜਿਹੜੀਆਂ ਨੇ ਮੁਸ਼ਕਲਾਂ ਦਾ ਹੱਲ ਕੱਢਣਗੇ। ਦੇਖੋ, ਪਹਿਲਾਂ ਵੀ ਸਟੇਜ ਤੇ ਸਾਡੇ ਜਿਹੜੇ ਆ 1-2 ਆਗੂ ਬੈਠਦੇ ਸੀ, ਅਸੀਂ ਸੁਝਾਅ ਰੱਖਣ ਲਈ ਹਰੇਕ ਦਾ ਉੱਥੇ ਆਗੂ ਸਾਡੇ ਹੁੰਦੇ ਸੀ, ਪਰ ਉਹ ਸਾਹਮਣੇ ਲਿਆਉਣ ਲਈ ਪਿਆ ਵੀ ਕਈ ਲੋਕ ਉੱਥੇ ਨਹੀਂ ਪਹੁੰਚ ਸਕਦੇ। ਸਾਡੀਆਂ ਪਿੱਛੇ ਪ੍ਰਸ਼ਾਸਨ ਨਾਲ 3-4 ਮੀਟਿੰਗਾਂ ਹੋਈਆਂ, ਅਸੀਂ ਬਿਜਲੀ ਦਾ ਮੁੱਦਾ ਵੀ ਉਠਾਇਆ। ਅਸੀਂ ਉਹਨਾਂ ਨੂੰ ਇੱਥੋਂ ਤੱਕ ਵੀ ਕਿਹਾ ਜੇ ਨਹੀਂ ਤੁਸੀਂ ਕਰ ਸਕਦੇ, ਉੱਦਾਂ ਤਾਂ ਜਿੱਥੇ ਵੀ ਕਿਤੇ ਧਰਨਾ ਲੱਗਦਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੁੰਦੀ ਆ ਬਈ ਉਹਨਾਂ ਨੂੰ ਬਿਜਲੀ ਪਾਣੀ ਸਾਰਾ ਪਹੁੰਚਾਉਣਾ, ਪ੍ਰਬੰਧ ਉਹਦਾ ਕਰਨਾ। ਪਰ ਅਸੀਂ ਫਿਰ ਵੀ ਕਿਹਾ ਜੇ ਨਹੀਂ ਤੁਸੀਂ, ਅਸੀਂ ਲੋਕਲ ਲੋਕਾਂ ਨੂੰ ਵੀ ਤੰਗ ਨਹੀਂ ਕਰਨਾ ਚਾਹੁੰਦੇ, ਕਿਉਂਕਿ ਇਹ ਸਾਡੇ ਪਹਿਲੇ ਦਿਨ ਤੋਂ ਬਹੁਤ ਸਾਥ ਦੇ ਰਹੇ ਆ। ਅਸੀਂ ਉਹਨਾਂ ਨੂੰ ਇਹ ਕਿਹਾ ਵੀ ਸਾਨੂੰ ਆਰਜੀ ਕਨੈਕਸ਼ਨ ਦੇ ਦਿਓ, ਜੇ ਕਿਤੇ ਲੋਡ ਦੀ ਇਹ ਦਿੱਕਤ ਆਉਂਦੀ ਆ ਅਸੀਂ ਉਹਨੂੰ ਕਰ ਲਈ ਹਰੇਕ ਤਰ੍ਹਾਂ ਆਪਣਾ ਬੰਦੋਬਸਤ ਕਰ ਰਹੇ ਹਾਂ। ਪਰ ਇਹ ਜਾਣ ਕੇ ਸਰਕਾਰ ਸਾਨੂੰ ਪਰੇਸ਼ਾਨ ਕਰ ਰਹੀ ਆ, ਅਸੀਂ ਉਹਦੇ ਹਰ ਤਰ੍ਹਾਂ ਦੇ ਪ੍ਰਬੰਧ ਲੱਭ ਰਹੇ ਹਾਂ। ਜਿੱਦਾਂ ਮੇਰੇ ਜਥੇਬੰਦੀ ਆ, ਸਾਨੂੰ ਕਿਸੇ ਨੇ 3 ਕਿਲੋਵਾਟ ਦਾ ਸੋਲਰ ਪੈਨਲ ਡੋਨੇਟ ਕੀਤਾ, ਉਹ ਅੱਜ ਪਹੁੰਚ ਗਿਆ। ਫਿਰ ਅਸੀਂ ਸਰਕਾਰ ਨਾਲ, ਪ੍ਰਸ਼ਾਸਨ ਨਾਲ ਥੋੜ੍ਹੇ ਦਿਨ ਹੋਏ ਸੋਨੀਪਤ ਮੀਟਿੰਗ ਕਰਕੇ ਆਏ ਹਾਂ, ਉੱਥੇ ਵੀ ਮੇਰੇ ਨਾਲ ਆਗੂ ਹੋਰ ਬਹੁਤ ਸੀਗੇ, ਮੈਂ ਵੀ ਉਹਦਾ ਪਾਰਟ ਸੀਗਾ। ਅਸੀਂ ਉੱਥੇ ਵੀ ਮੰਗ ਰੱਖੀ ਵੀ ਸਾਡੀ ਬਿਜਲੀ ਦੇ ਪ੍ਰਬੰਧ ਜਿਹੜੇ ਠੀਕ ਢੰਗ ਨਾਲ ਚਲਾਓ। ਪਰ ਇਹ ਬੀਜੇਪੀ ਸਰਕਾਰ ਦੀ ਚਾਲ ਆ, ਜਾਣ ਬੁੱਝ ਕੇ ਸਾਨੂੰ ਜਿਹੜੀ ਆ ਕਿਸਾਨਾਂ ਨੂੰ ਪਰੇਸ਼ਾਨ ਕਰ ਰਹੀ ਹੈ। ਪਰਸੋਂ ਦੇ ਅਖਬਾਰ 'ਚ ਜਿਹੜਾ ਆਪਰੇਸ਼ਨ ਕਲੀਨ ਦੀ ਖਬਰ ਲੱਗੀ ਸੀ, ਭਾਵ ਕਿ ਚੌਥੇ ਕੋਈ ਗੱਲਬਾਤ ਸਰਕਾਰ ਦੀ ਹੋਊਗੀ, 2-3 ਦਿਨ ਹੋਰ ਰਹਿ ਗਏ ਆਪਰੇਸ਼ਨ ਕਲੀਨ ਸ਼ੁਰੂ ਹੋਣ ਦੇ ਵਿੱਚ, ਜਿਹੜਾ ਉਹਨੇ ਕਰਨਾ, ਉਹਦੇ ਵਾਸਤੇ ਤੁਹਾਡੀ ਤਿਆਰੀ ਕੀ ਹੈ? ਇਹ ਜੰਗਵੀਰ ਜੀ ਪਹਿਲਾਂ ਦੱਸ ਚੁੱਕੇ ਆ ਜੀ, ਬਾਕੀ ਵੀ ਡਿਟੇਲ ਨਾਲ ਜੰਗਵੀਰ ਜੀ ਸਾਡੇ ਦੱਸ ਦੇਣਗੇ। ਦੇਖੋ, ਆਪਰੇਸ਼ਨ ਕਲੀਨ ਦੀ ਜਿਹੜੀ ਗੱਲ ਕਰ ਰਹੀ ਆ ਸਰਕਾਰ, ਆਪਰੇਸ਼ਨ ਕਲੀਨ ਤਾਂ ਅਸੀਂ ਬੀਜੇਪੀ ਦਾ ਕਰਨ ਜਾ ਰਹੇ ਹਾਂ। ਵੱਡੇ ਪੱਧਰ ਤੇ ਇੱਥੇ ਕਿਸਾਨ ਆ ਰਹੇ ਆ ਹਾੜੀ ਦਾ ਸੀਜ਼ਨ ਖਤਮ ਕਰਕੇ, ਕਿਉਂਕਿ ਜਦੋਂ ਬਿੱਲ ਆਏ ਸੀਗੇ ਇਹ ਉਸ ਵੇਲੇ ਵੀ ਕਰੋਨਾ ਕਾਲ ਸੀ। ਜੇ ਸਰਕਾਰ ਚਾਹੁੰਦੀ ਆ ਵੀ ਇੱਥੋਂ ਕਲੀਨ ਹੋਣਾ ਚਾਹੀਦਾ, ਸਾਡੇ ਬਿੱਲ ਰੱਦ ਕਰ ਦੇਣ। ਸਾਨੂੰ ਕੋਈ ਇੱਥੇ ਸ਼ੌਂਕ ਨਹੀਂ ਹੈਗਾ ਇੱਥੇ 400 ਕਿਲੋਮੀਟਰ ਤੇ ਆ ਕੇ ਬੈਠਣ ਦਾ, ਸਾਡੀ ਮਜਬੂਰੀ ਬਣ ਚੁੱਕੀ ਆ। ਫਸਲ ਤੇ ਨਸਲ ਦੀ ਸਾਡੀ ਲੜਾਈ ਆ ਜੋ ਅਸੀਂ ਲੜ ਰਹੇ ਹਾਂ, ਆਪਣੀ ਹੱਕੀ ਮੰਗਾਂ ਲਈ ਲੜ ਰਹੇ ਹਾਂ। ਤੇ ਇਸ ਕਰਕੇ ਸਰਕਾਰ ਦੇ ਇਹ ਫੋਕੇ ਡਰਾਵਿਆਂ ਤੋਂ ਅਸੀਂ ਡਰਨ ਵਾਲੇ ਨਹੀਂ। ਜੇ ਬੀਜੇਪੀ ਜਾਂ ਆਰਐਸ ਇਸ ਤਰ੍ਹਾਂ ਦਾ ਕੋਈ ਹੱਥਕੰਡਾ ਅਪਣਾਊਗੀ ਤਾਂ ਅਸੀਂ ਬੈਠੇ ਹਾਂ ਤੇ ਉਹਨਾਂ ਦਾ ਡਟਵਾਂ ਵਿਰੋਧ ਕਰਾਂਗੇ ਤੇ ਸ਼ਾਂਤੀਪੂਰਵਕ ਬੈਠੇ ਹਾਂ। ਉਹਨਾਂ ਨੇ ਉਹ 'ਚ ਲਿਖਿਆ ਵੀ ਫੋਰਸਾਂ ਦੀ ਮਦਦ ਲਈ ਜਾ ਸਕਦੀ, ਜੇ ਇੱਥੇ ਕੋਈ ਉਸ ਜਾਂ ਕੋਈ ਪ੍ਰੈਕਟੀਕਲੀ ਉਹਨੂੰ ਸ਼ੁਰੂਆਤ ਹੁੰਦੀ ਹੈ, ਮੰਨ ਲਓ ਇੱਥੇ ਫੋਰਸ ਕੱਲ ਨੂੰ 10,000 ਕੋਈ ਦੇਖੋ, ਜਿਹੜੀ ਫੋਰਸ, ਮੈਨੂੰ ਦੱਸੋ ਤੁਸੀਂ, ਸਾਰੇ ਮੀਡੀਆ, ਆਪਾਂ ਮਿਡਲ ਕਲਾਸ ਲੋਕ ਆ, ਜਿਹੜੀ ਫੋਰਸਾਂ ਦੇ ਵਿੱਚ ਬੱਚੇ ਆ ਉਹ ਕਿਹਨਾਂ ਦੇ ਆ? ਕਿਸਾਨਾਂ ਦੇ, ਮਜ਼ਦੂਰਾਂ ਦੇ। ਕਿਆ ਕੋਈ ਬੀਜੇਪੀ ਦੇ ਵੱਡੇ ਆਗੂ ਦਾ ਫੋਰਸ ਵਿੱਚ ਬੱਚਾ ਹੈ? ਕਿਆ ਕੋਈ ਆਰਐਸਐਸ ਦਾ ਕੋਈ ਵੱਡੇ ਜਾਂ ਬਾਨੀਆਂ ਡਾਨੀਆਂ ਦੇ ਫੌਜ ਵਿੱਚ ਬੱਚੇ ਹੈ? ਇਹ ਦੇਖੋ, ਇਹ ਕੋਈ ਛੋਟੀ ਮੋਟੀ ਗੱਲ ਨਹੀਂ। ਕੋਈ ਬੇਵਜ੍ਹਾ ਸਾਡੇ ਤੇ ਗੋਲੀ ਨਹੀਂ ਚਲਾ ਸਕਦਾ। ਜੇ ਚਲਾਣਗੇ ਤਾਂ ਉਹਦਾ ਭੁਗਤਾਨ ਵੀ ਬੀਜੇਪੀ ਸਰਕਾਰ ਨੂੰ ਕਰਨਾ ਪਊਗਾ। ਇਸ ਤਰ੍ਹਾਂ ਦਾ ਕੋਈ ਵੀ ਐਕਸ਼ਨ ਨਹੀਂ। ਸਰਕਾਰ ਸਿਰਫ ਡਰਾ ਰਹੀ ਆ, ਅਸੀਂ ਬਿਲਕੁਲ ਨਹੀਂ ਡਰਨ ਵਾਲੇ। ਤੇ ਅਫਗਾਹਾਂ ਤੇ ਆਪਾਂ ਨੂੰ ਸੁਚੇਤ ਰਹਿਣ ਦੀ ਲੋੜ ਆ। ਤੇ ਅਸੀਂ ਦੇਸ਼ ਵਾਸੀਆਂ ਨੂੰ ਵੀ ਅਪੀਲ ਕਰਾਂਗੇ, ਖਾਸ ਕਰਕੇ ਪੰਜਾਬ ਨੂੰ, ਹਰਿਆਣੇ ਨੂੰ ਜਾਂ ਪੂਰੇ ਦੇਸ਼ ਨੂੰ, ਜੇ ਕੋਈ ਇਸ ਤਰ੍ਹਾਂ ਦੀ ਮਿਸਟੇਕ ਹੁੰਦੀ ਆ, ਸਰਕਾਰ ਕੋਈ ਧੱਕਾਸ਼ਾਨਾ ਕਰਦੀ ਆ, ਰਾਤੋਂ ਰਾਤ ਕਿਸਾਨਾਂ ਤੇ ਕਿਸਾਨ ਲੱਖਾਂ ਹੀ ਗਿਣਤੀ ਵਿੱਚ ਇੱਥੇ ਬਾਰਡਰਾਂ ਤੇ ਪਹੁੰਚੋ, ਤਾਂ ਜੋ ਅਸੀਂ ਇਹਨਾਂ ਦਾ ਡਟ ਕੇ ਵਿਰੋਧ ਕਰੀਏ। ਤੇ ਇਹ ਕਰੋਨਾ ਦੀ ਜਿਹੜੀ ਬਿਮਾਰੀ ਦੀ ਆੜ ਲੈ ਕੇ ਇਹ ਸਰਕਾਰ ਸਾਨੂੰ ਇੱਥੋਂ ਠੱਲ। ਹਾਂਜੀ, ਅਸੀਂ ਪਹਿਲਾਂ ਵੀ ਜਿਹੜੀਆਂ ਕੁਝ ਸਟੇਜ ਤੋਂ ਸਟੇਟਮੈਂਟਾਂ ਕੁਝ ਲੀਡਰਾਂ ਨੇ ਦਿੱਤੀਆਂ ਵੀ ਇਹ ਮੁੰਡੇ ਸ਼ਰਾਰਤੀ ਆ ਜੀ, ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਰਹੀਆਂ। ਤਾਂ ਦੀਪ ਸਿੱਧੂ ਦੀ ਕੱਲ ਰਿਹਾਈ ਇੱਕ ਮਾਮਲੇ 'ਚੋਂ ਜ਼ਮਾਨਤ ਹੋ ਗਈ ਸੀ, ਮਾਫ ਕਰਨਾ, ਰਿਹਾਈ ਤੋਂ ਕੁਝ ਸਮਾਂ ਪਹਿਲਾਂ ਇੱਕ ਹੋਰ ਕੇਸ 'ਚ ਉਹਨੂੰ ਫਸਾ ਲਿਆ ਗਿਆ। ਤੁਸੀਂ ਕਿਸਾਨ ਲੀਡਰ ਹੋ, ਉਹ ਵੀ ਤੁਹਾਡਾ ਹਮ ਉਮਰ ਯਾਰ ਆਪਣੇ ਪਿੰਡਾਂ 'ਚੋਂ ਹੀ ਆਇਆ ਹੋਇਆ, ਉਹ ਕੇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੀਪ ਸਿੱਧੂ ਦੀ ਜ਼ਮਾਨਤ ਬਾਰੇ? ਦੇਖੋ ਜੀ, 26 ਜਨਵਰੀ ਤੋਂ ਬਾਅਦ ਜੋ ਵੀ ਪ੍ਰਸ਼ਾਸਨ ਨੇ ਕੀਤਾ, ਸੋ
ਉਹਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਤੇ ਜਿਹੜੇ ਝੂਠੇ ਕੇਸ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ 'ਚ ਡੱਕਿਆ ਗਿਆ। ਸੋ ਉਸ ਤੋਂ ਬਾਅਦ ਉਹਨਾਂ ਦੀਆਂ ਜ਼ਮਾਨਤਾਂ ਹੋਈਆਂ। ਸੋ ਇਸ ਤਰ੍ਹਾਂ ਸਮੇਂ-ਸਮੇਂ ਤੇ ਜਿਹੜੀ ਸਰਕਾਰ ਆ ਉਹ ਨੌਜਵਾਨਾਂ ਤੇ ਜਿਹੜੇ ਲੋਕ ਅੰਦੋਲਨ ਕਰਦੇ ਆ, ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਲੜਦੇ ਆ, ਉਹਨਾਂ ਤੇ ਜ਼ੁਲਮ ਕਰਦੀ ਰਹੀ ਹੈ। ਸੋ ਕੱਲ੍ਹ ਵਾਲੇ ਮਸਲੇ ਤੇ ਵੀ ਜੇ ਜਿਹੜਾ ਇਹਨਾਂ ਨੇ ਜ਼ਮਾਨਤ ਤੋਂ ਬਾਅਦ ਇਸ ਤਰ੍ਹਾਂ ਕੋਈ ਕੇਸ ਪਾਇਆ, ਉਹ ਅਸੀਂ ਸਮਝਦੇ ਹਾਂ ਬਿਲਕੁਲ ਗਲਤ ਆ ਤੇ ਕਾਨੂੰਨ ਦੇ ਰਾਖਿਆਂ ਨੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ। ਸੋ ਉਹਦੀ ਅਸੀਂ ਨਿੰਦਾ ਵੀ ਕਰਦੇ ਹਾਂ, ਕਿਉਂਕਿ ਇੱਥੇ ਹਰ ਇਨਸਾਨ ਨੂੰ ਜਿਹੜਾ ਨਿਆਂ ਮਿਲਣਾ ਚਾਹੀਦਾ। ਅਸੀਂ ਨਿਆਂ ਦੇ ਹੱਕ ਦੇ ਵਿੱਚ ਹਾਂ, ਕਿਸੇ ਨਾਲ ਵੀ ਜ਼ਬਰ ਜ਼ੁਲਮ ਨਹੀਂ ਹੋਣਾ ਚਾਹੀਦਾ। ਜਿਹੜੀ ਪਰਲੀ ਸਟੇਜ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ, ਜਿਹੜੇ ਉਹਨਾਂ ਦੀਆਂ ਟਰਾਲੀਆਂ ਦੇ ਵਿੱਚ ਕਿਸਾਨ ਬੈਠੇ ਨੇ, ਜੇਕਰ ਉਹਨਾਂ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਤੁਹਾਡੇ ਨਾਲ ਤਾਲਮੇਲ ਕਰ ਸਕਦੇ ਨੇ ਜਾਂ ਇਸ ਪਾਸੇ ਦੇ ਹੀ ਲੋਕ ਕਰ ਸਕਦੇ ਨੇ? ਇਹਨੂੰ ਸਾਫ਼ ਕਰਿਓ। ਹਾਂ ਬਿਲਕੁਲ ਜੀ, ਕੋਈ ਵੀ ਚਾਹੇ ਉਹ ਕਿਸੇ ਵੀ ਬਾਰਡਰ ਤੇ ਬੈਠੇ ਹੋਣ, ਕਿਸੇ ਨੂੰ ਵੀ ਕੋਈ ਸਮੱਸਿਆ ਵਾ ਜਾਂ ਕੋਈ ਸੁਝਾਅ ਦੇਣਾ ਚਾਹੁੰਦਾ, ਉਹ ਜਦੋਂ ਮਰਜ਼ੀ ਸਾਡੇ ਨਾਲ ਤਾਲਮੇਲ ਕਰ ਸਕਦਾ। ਇਹ ਮਤਲਬ ਇਸ ਕਰਕੇ ਤਾਲਮੇਲ ਕਮੇਟੀ ਬਣਾਈ ਹੈ, ਕਿਸੇ ਇੱਕ ਦਾਇਰੇ 'ਚ ਨਹੀਂ ਬੰਨੀ ਹੋਈ। ਇਹਦੇ ਵਿੱਚ ਕੋਈ ਵੀ ਆਪਣੇ ਸੁਝਾਅ, ਆਪਣਾ ਕੋਈ ਸਹਿਯੋਗ, ਕੋਈ ਸ਼ਿਕਾਇਤ ਉਹ ਆ ਕੇ ਦੇ ਸਕਦਾ। ਇਹ ਸਾਰਿਆਂ ਲਈ ਓਪਨ ਹੈ। ਜੇ ਸੁਝਾਅ ਕਿਵੇਂ ਲਏ ਜਾਣਗੇ? ਫੋਨ ਉੱਤੇ ਜਾਂ ਕੋਈ ਈਮੇਲ ਵਗੈਰਾ ਵੀ ਜਾਰੀ ਕੀਤਾ ਜਾਊਗਾ, ਜਾਂ ਜਿਹੜੇ ਬਾਹਰ ਬੈਠੀਆਂ ਸੰਗਤਾਂ ਨੇ ਅੰਦੋਲਨ ਦੇ ਨਾਲ ਜੁੜੀਆਂ ਹੋਈਆਂ ਨੇ, ਕੋਈ ਸੁਝਾਅ ਦੇਣਾ ਚਾਹੁੰਦੇ ਨੇ? ਹਾਂ, ਹਰ ਤਰ੍ਹਾਂ ਹੀ, ਜਿਸ ਤਰ੍ਹਾਂ ਮੋਬਾਈਲ ਫੋਨ ਦੇ ਨੰਬਰ ਜਾਰੀ ਕੀਤੇ ਗਏ ਆ, ਫਿਰ ਆਫਿਸ ਦੀ ਗੱਲ ਹੋਈ ਹੈ KFC ਦੇ ਬਿਲਕੁਲ ਸਾਹਮਣੇ, ਉੱਥੇ ਵੀ ਆ ਕੇ ਦੇ ਸਕਦੇ ਆ। ਸੋ ਮਤਲਬ ਆਨਲਾਈਨ ਵੀ ਤੇ ਸਰੀਰਕ ਤੌਰ ਤੇ ਆ ਕੇ ਵੀ ਜਿਹੜੇ ਸੁਝਾਅ ਦਿੱਤੇ ਜਾ ਸਕਦੇ ਆ। ਕੋਈ ਗੱਲ ਜਿਹੜੀ ਕੇਂਦਰ ਦੀ BJP ਸਰਕਾਰ ਆ, ਜਦੋਂ ਤੋਂ ਇਹ ਸਰਕਾਰ ਆਈ ਹੋਈ ਉਦੋਂ ਤੋਂ ਲੈ ਕੇ ਕਰੋਨੇ ਦੀ ਮਹਾਮਾਰੀ ਦਾ ਨਾਮ ਜਿਹੜਾ ਬੜਾ ਲਿਆ ਜਾ ਰਿਹਾ। ਮੇਰਾ ਸਾਥੀ ਦੱਸ ਕੇ ਹਟਿਆ ਵੀ ਜਿਹੜਾ ਕਰੋਨਾ ਹੈ ਇਹ ਸਰਕਾਰਾਂ ਦਾ ਸਾਊ ਪੁੱਤ ਆ। ਇਹ ਜਿੱਥੇ ਕਹਿਣ ਉੱਥੇ ਜਾਂਦਾ। ਜਿੱਥੇ ਇਲੈਕਸ਼ਨ ਹੋਣ ਉੱਥੋਂ ਇਹ ਸਰਕਾਰਾਂ ਫੋਨ ਕਰ ਦਿੰਦੀਆਂ ਨੇ ਵੀ ਇੱਥੇ ਹੁਣ ਇਲੈਕਸ਼ਨ ਹੋਣੇ ਨੇ, ਕਰੋਨਾ ਹੁਣ ਪੰਜਾਬ ਚਲਾ ਜਾਵੇ। ਜਦੋਂ ਪੰਜਾਬ ਵਿੱਚ ਇਲੈਕਸ਼ਨ ਆ ਜਾਣਗੇ ਤੇ ਉਦੋਂ ਸਰਕਾਰਾਂ ਫੋਨ ਕਰਦੇ ਨੇ ਵੀ ਇਹ ਕਰੋਨਾ ਇਹਨਾਂ ਧਰਨਿਆਂ ਵਿੱਚ ਆ ਜਾਵੇ। ਇੱਦਾਂ ਦੀਆਂ ਜਿਹੜੀਆਂ ਗੱਲਾਂ ਪਤਾ ਨਹੀਂ ਹੋਣੀਆਂ ਚਾਹੀਦੀਆਂ। ਇਹ ਪਹਿਲਾਂ ਹੀ ਬਜ਼ੁਰਗ ਦੱਸਦੇ ਸੀ, ਸਾਡੇ ਵੱਡੇ ਪੁਰਖੇ, ਇਹ ਛੂਤ-ਛਾਤ ਦੀ ਬਿਮਾਰੀ ਹੈ। ਕਿਸੇ ਨੂੰ ਜ਼ੁਕਾਮ ਲੱਗ ਜਾਣਾ, ਕਿਸੇ ਦੀ ਛਾਤੀ ਰੁਕ ਜਾਣੀ, ਪਹਿਲਾਂ ਵੀ ਹੁੰਦਾ ਸੀ ਇੱਦਾਂ। ਅਸੀਂ ਇਹ ਇੱਕ ਪ੍ਰਬੰਧ ਕੀਤਾ ਹੈਗਾ ਵੀ ਇਸ ਮੋਰਚੇ ਦੇ ਵਿੱਚ ਗਰਮ ਕਰਕੇ ਕਾੜੇ ਜਿਹੜੇ ਨੇ ਉਹ ਪਿਆਏ ਜਾਣ। ਜਿਵੇਂ ਸੱਕਾਂ ਦੇ ਕਾੜੇ ਹੋ ਗਏ, ਹੋਰ ਉਹਨਾਂ ਵਿੱਚ ਕੁਝ ਪਾਇਆ ਜਾਵੇਗਾ, ਉਹ ਕਾੜੇ ਸੰਗਤਾਂ ਨੂੰ ਪਿਆਏ ਜਾਣਗੇ। ਔਰ ਇਸ ਕਰੋਨੇ ਦਾ ਟਾਕਰਾ ਕਰਕੇ ਅਸੀਂ ਜਿਹੜਾ ਸਰਕਾਰ ਦਾ ਕਰੋਨਾ ਸਾਡੇ ਉੱਪਰ ਫਿੱਟ ਕੀਤਾ ਹੋਇਆ 3 ਕ੍ਰਿਸ਼ੀ ਕਾਨੂੰਨਾਂ ਦਾ, ਅਸੀਂ ਉਸ ਕਰੋਨੇ ਨੂੰ ਇੱਥੋਂ ਖਤਮ ਕਰਕੇ ਜਾਵਾਂਗੇ। ਸਵਾਲ ਹੋਰ ਹੈ ਜੀ, ਪਰਸੋਂ ਮੀਂਹ ਪੈਂਦਾ ਹੈ ਤੇ ਮੀਂਹ ਪੈਣ ਦੇ ਕਰਕੇ ਬਹੁਤ ਲੋਕਾਂ ਨੂੰ ਦਿੱਕਤ ਆਈ ਹੈ, ਜਿਵੇਂ ਬਿਜਲੀ ਦੀ ਦਿੱਕਤ ਸੀ ਤੇ ਉਹਨਾਂ ਦੇ ਗੱਦੇ ਵਗੈਰਾ, ਤੰਬੂ ਵਗੈਰਾ ਸਭ ਭਿੱਜ ਗਏ। ਕਿ ਜਿਹੜੀ ਵੱਡੀ ਦਿੱਕਤ ਦੇਖਣ ਨੂੰ ਮਿਲੀ ਸੀ ਕਿ ਜਿਹੜੇ ਪ੍ਰਸ਼ਾਦੇ ਤਿਆਰ ਕੀਤੇ ਸੀ, ਲੰਗਰ ਤਿਆਰ ਕੀਤਾ ਸੀ, ਜਾਂ ਤਾਂ ਉਹਦੇ ਵਿੱਚ ਪਾਣੀ ਪੈ ਗਿਆ, ਜਾਂ ਉਹਦੇ ਕਰਕੇ ਹਨੇਰੀ ਕਰਕੇ ਜਿਹੜਾ ਗਰਦਾ ਹੈ ਮਿੱਟੀ ਉਹਦੇ ਵਿੱਚ ਵੜ ਕੇ ਕਿਰਕਲ ਪੈਦਾ ਹੋ ਗਈ, ਉਹ ਖਾਣ ਯੋਗ ਨਹੀਂ ਰਿਹਾ। ਤਾਂ ਕਈ ਲੋਕ, ਅਸੀਂ ਕਵਰ ਵੀ ਕੀਤਾ ਕਿ ਉਹ ਲੋਕ ਭੁੱਖਣ ਭਾਣੇ ਪਏ ਨੇ। ਤਾਂ ਜੇਕਰ ਹੁਣ ਜਿਵੇਂ ਤਾਲਮੇਲ ਕਮੇਟੀ ਬਣ ਗਈ ਹੈ, ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਜਿਹੀ ਕੋਈ ਕੁਦਰਤੀ ਆਫਤ ਆਉਂਦੀ ਹੈ ਤਾਂ ਉਹ ਲੋਕਾਂ ਦੇ ਵਿੱਚ ਜਾਣਗੇ, ਉਹਨਾਂ ਦਾ ਸੰਪਰਕ ਕਰਨਗੇ ਕਿ ਹਾਂ ਕੀ ਦਿੱਕਤ ਹੈ, ਕਿਹਨੇ ਪ੍ਰਸ਼ਾਦਾ ਛਕਿਆ। ਜਿਵੇਂ ਜਦੋਂ ਮੀਂਹ ਪਿਆ, ਜਿਹੜੀਆਂ ਪਾਣੀ ਥਾਂ ਥਾਂ ਦੇ ਖੜ ਗਿਆ, ਜਿਹੜੀਆਂ ਤਾਰਾਂ ਸੀਗੀਆਂ ਉਹ ਪਾਣੀ ਦੇ ਵਿੱਚ ਭਿੱਜੀਆਂ ਪਈਆਂ ਸੀਗੀਆਂ। ਪਰਮਾਤਮਾ ਨੇ ਬਚਾਇਆ, ਪਰ ਕੋਈ ਵੱਡੀ ਘਟਨਾ ਵਾਪਰ ਸਕਦੀ। ਅਸੀਂ ਇਹ ਗੱਲ ਪਹਿਲਾਂ ਵੀ ਕਹਿ ਚੁੱਕੇ ਹਾਂ ਵੀ ਜਿੱਥੇ ਕੱਚੀਆਂ ਤਾਰਾਂ ਪਾਈਆਂ ਹੋਈਆਂ ਨੇ ਉੱਥੇ ਪੱਕੀਆਂ ਤਾਰਾਂ ਪਾਈਆਂ ਜਾਣ। ਔਰ ਜਿਸ ਤਰ੍ਹਾਂ ਤੁਸੀਂ ਪ੍ਰਸ਼ਾਦਿਆਂ ਦੇ ਉੱਪਰ ਘੱਟਾ ਮਿੱਟੀ ਦੀ ਗੱਲ ਕੀਤੀ ਹੈ, ਜਾਂ ਲੰਗਰਾਂ ਦੇ ਵਿੱਚ ਇਸ ਤਰ੍ਹਾਂ ਕੋਈ ਬਾਰਿਸ਼ ਨਾਲ ਲੰਗਰ ਖਰਾਬ ਹੋਏ ਨੇ, ਅਸੀਂ ਜਲਦੀ ਹੀ ਇਸ ਗੱਲ ਦਾ ਪ੍ਰਬੰਧ ਕਰਾਂਗੇ ਵੀ ਉੱਥੇ ਤਰਪਾਈਲਾਂ ਦੀ ਜਿੰਨੀ ਲੋੜ ਹੈਗੀ ਆ ਉਹ ਦੇਵਾਂਗੇ ਔਰ ਕੈਂਪਾਂ ਨੂੰ ਸਹੀ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਾਰੇ ਹੀ ਪ੍ਰੈਸ